ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਹਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭਾ ਬਿਖੈ ਇੱਕ ਦਿਵਸ ਮੈਂ, ਬੈਠੇ ਸਤਿਗੁਰ ਨੰਦ। ਜੇਠ ਮਾਸ ਲੂਵਾਂ ਚਲਹੈ, 10 ਦਿਸ਼ ਤਪਤ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਵਿੱਚ ਅੰਮ੍ਰਿਤਮਈ ਗੁਰਬਾਣੀ ਦਾ ਰਸ ਮਾਣ ਰਹੇ ਹੋ। ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਆਓ ਹੁਣ ਗੁਰੂ ਮਹਾਰਾਜ ਦਾ ਪਵਿੱਤਰ ਇਤਿਹਾਸ। 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਜੋ ਦਿੱਲੀ ਦੇ ਵਿੱਚ ਬੇਅੰਤ ਕਰਾਮਾਤਾਂ ਬਾਦਸ਼ਾਹ ਨੂੰ ਦਿਖਾਈਆਂ ਹਨ, ਉਹਨਾਂ ਦਾ ਪ੍ਰਸੰਗ ਲੜੀਵਾਰ ਚੱਲ ਰਿਹਾ ਹੈ। ਸਰਵਣ ਕਰੀਏ। ਗੁਰੂ ਘਰ ਦੇ ਖਜ਼ਾਨੇ ਵਿੱਚ ਸਾਰਾ ਕੁਛ ਹੀ ਹੈ। ਭੁਗਤ ਮੁਗਤ ਜੁਗਤ ਸਾਰਾ ਕੁਛ ਹੀ ਹੈ। ਇਹ ਜੋ ਕਰਾਮਾਤਾਂ ਸ਼ਕਤੀਆਂ ਹਨ, ਭਾਵੇਂ ਗੁਰੂ ਸਾਹਿਬ ਜੀ ਨੇ ਦਿਖਾਣੀਆਂ, ਗੁਰਮਤਿ ਅਨੁਸਾਰ ਠੀਕ ਨਹੀਂ ਜਾਣੀਆਂ। ਇਸ ਕਰਕੇ ਆਪ ਨਹੀਂ ਗਏ ਮਹਾਰਾਜ, ਕਿਉਂਕਿ ਜੇ ਸਤਿਗੁਰੂ ਜੀ ਵੀ ਜਾਂਦੇ ਤਾਂ ਉਹਨਾਂ ਨੇ ਇਹੀ ਸਵਾਲ ਕਰਨਾ ਸੀ, ਸਾਨੂੰ ਕਰਾਮਾਤ ਦਿਖਾਓ। ਤੇ ਬਾਦਸ਼ਾਹ ਨੂੰ ਮਹਾਰਾਜ ਕਰਾਮਾਤ ਦਿਖਾਣੀ, ਉਹਦੇ ਮੱਥੇ ਲੱਗਣਾ ਠੀਕ ਨਹੀਂ ਸੀ ਸਮਝਦੇ। ਸੋ ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਭੇਜ ਦਿੱਤਾ, ਨਾਲੇ ਗੁਰੂ ਘਰ ਦੇ ਵਿਰੋਧੀਆਂ ਨੂੰ ਪਤਾ ਲੱਗ ਜਾਵੇ ਵੀ ਗੁਰੂ ਘਰ 'ਚ ਸਾਰਾ ਕੁਛ ਹੈ, ਤੇ ਆਪਣਾ ਅਸੂਲ ਵੀ ਮਰਜ਼ਾਦਾ ਵੀ ਕਾਇਮ ਰਵੇ ਕਿ ਕਰਾਮਾਤ ਗੁਰੂ ਸਾਹਿਬ ਨਹੀਂ ਦਿਖਾਉਂਦੇ ਕਿਸੇ ਨੂੰ, ਕਿਸੇ ਦੇ ਸਾਹਮਣੇ ਜਾਦੂਗਰੀ ਨਹੀਂ ਕਰਦੇ। ਇਹ ਗੱਲਾਂ ਨੂੰ ਨੀਵਾਂ ਸਮਝਦੇ ਆ ਗੁਰਮਤਿ ਆਸ਼ੇ ਤੋਂ। ਰਿੱਧ ਸਿੱਧ ਅਵਰਾ ਸਾਧ, ਇਹ ਰਿੱਧੀਆਂ ਸਿੱਧੀਆਂ ਕਰਾਮਾਤਾਂ, ਇਹ ਸਾਰੀਆਂ ਹੋਰ ਸਵਾਦ ਫੋਕਾ ਸਵਾਦ ਜਾਣਿਆ। ਅਸਲੀ ਨਾਮ ਰਸ ਦੇ ਆਨੰਦ ਵਿੱਚ ਜਿਹੜੀ ਬਿਰਤੀ ਅਰੂੜ ਹੁੰਦੀ ਹੈ, ਉਹ ਗੁਰਮਤਿ ਦਾ ਸਭ ਤੋਂ ਸ੍ਰੇਸ਼ਟ ਸਿਧਾਂਤ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਹਰੈ। ਅਕਾਲ ਪੁਰਖ ਨਾਲ ਇੱਕਮਿਕ ਹੋ ਜਾਣਾ, ਇਹੀ ਸਾਡਾ ਸਾਰਿਆਂ ਦਾ ਪਰਮ ਲਕਸ਼ ਹੋਣਾ ਚਾਹੀਦਾ। ਪਰ ਜੈਸਾ ਕੋਈ ਗਾਹਕ ਹੋਵੇ, ਵਸਤੂ ਉਹੋ ਜਿਹੀ ਮਿਲਦੀ ਹੈ। ਬਾਦਸ਼ਾਹ ਤੇ ਬਾਦਸ਼ਾਹ ਦੇ ਦਰਬਾਰੀ ਉਸ ਪਰਮ ਤੱਤ ਦੇ ਗਾਹਕ ਹੀ ਨਹੀਂ ਹਨ। ਉਹ ਕਰਾਮਾਤਾਂ ਰਿੱਧੀਆਂ ਸਿੱਧੀਆਂ ਤੋਂ ਉੱਪਰ ਸੋਚ ਹੀ ਨਹੀਂ ਸਕਦੇ। ਉਹਨਾਂ ਦੀ ਆਮ ਲੋਕਾਂ ਦੀ ਜਿਹੜੀ ਬਿਰਤੀ ਹੈ, ਉਹ ਚਮਤਕਾਰ ਨੂੰ ਨਮਸਕਾਰ ਕਰਦੇ ਹਨ। ਇਸ ਕਰਕੇ ਬਾਬਾ ਰਾਮ ਰਾਏ ਜੀ ਨੇ ਉਹ ਭੇਜਿਆ ਸੀ, ਉਹ ਕਰਾਮਾਤਾਂ ਦਿਖਾ ਰਹੇ ਨੇ। ਅੱਗੇ ਕਥਾ ਸਰਵਣ ਕਰੀਏ, ਪ੍ਰੇਮ ਦੇ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭਾ ਬਿਖੈ ਇੱਕ ਦਿਵਸ ਮੈਂ, ਬਾਦਸ਼ਾਹ ਦੀ ਕਚਹਿਰੀ ਵਿੱਚ ਬੈਠੇ ਸਤਿਗੁਰ ਨੰਦ। ਇੱਕ ਦਿਨ ਬਾਬਾ ਰਾਮ ਰਾਏ ਜੀ ਬਿਰਾਜਮਾਨ ਸਨ। ਜੇਠ ਮਾਸ ਲੂਵਾਂ ਚਲਹੈ, ਜੇਠ ਦਾ ਮਹੀਨਾ, ਗਰਮੀ ਦਾ, ਜੂਨ ਜੁਲਾਈ ਦਾ, ਬੜੀਆਂ ਲੂਆਂ ਚੱਲਦੀਆਂ ਸਨ। 10 ਦਿਸ਼ ਤਪਤ ਬਿਲੰਦ, ਸਾਰੇ ਪਾਸੇ ਬੜੀ ਤਪਸ਼ ਪੈ ਰਹੀ ਸੀ, ਬਹੁਤ ਗਰਮੀ, ਧਰਤੀ ਤਪ ਰਹੀ ਸੀ। ਜਿਵੇਂ ਕਹਿੰਦੇ ਆ ਨਾ ਵੀ ਹਾੜ ਦੇ ਮਹੀਨੇ, ਜੇਠ ਦੇ ਮਹੀਨੇ ਵਿੱਚ ਕਾਂ ਦੀ ਅੱਖ ਨਿਕਲਦੀ, ਇੰਨੀ ਗਰਮੀ ਹੁੰਦੀ ਹੈ। ਇੰਨਾ ਕਹਿਰ ਦਾ ਗਰਮੀ ਦਾ ਪ੍ਰਭਾਵ ਸੀ ਲੋਕਾਂ 'ਤੇ। ਦਿੱਲੀ ਸ਼ਹਿਰ ਵਿੱਚ ਜ਼ਿਆਦਾ ਹੀ ਮਹਿਸੂਸ ਹੁੰਦੀ ਹੈ, ਕਿਉਂਕਿ ਸੰਘਣੀ ਆਬਾਦੀ ਵੀ ਹੈ। ਬੜੀ ਭਾਰੀ ਗਰਮੀ ਪੈ ਰਹੀ ਸੀ। ਚੌਪਾਈ ਬਸਤਰ ਵੇ ਭੂਖਣ ਸਦਨੇ ਤੰਗ, ਕਹਿੰਦੇ ਬੜੇ ਸੋਹਣੇ ਕੱਪੜੇ, ਗਹਿਣੇ, ਬਸਤਰ, ਸ਼ੀਸ ਮਹਿਲ ਅਰ ਚਿਤਰਤ ਰੰਗ। ਬਾਦਸ਼ਾਹ ਦੇ ਉੱਚੇ ਉੱਚੇ ਮਹਿਲ, ਬਹੁਤ ਕੀਮਤੀ ਸਾਜੋ ਸਮਾਨ ਕਿਲੇ ਦੇ ਅੰਦਰ ਹੈ। ਇਤਿਆਦਿਕ ਸਗਰੇ ਤਪਤਾਏ, ਇਸ ਪ੍ਰਕਾਰ ਸਾਰਾ ਕੁਝ ਹੀ ਤਪਿਆ ਹੋਇਆ, ਭਾਵ ਮਹਿਲ ਵੀ ਤਪੇ ਹੋਏ ਨੇ
ਔਰ ਸਾਧ ਸੰਗਤ ਜੀ ਕੱਪੜੇ ਵੀ ਤਪੇ ਹੋਏ ਨੇ, ਨਹਿ ਸੀਤਲਤਾ ਕਤਹੂ ਪਾਏ। ਔਰ ਕਿਤੇ ਸੀਤਲਤਾ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ, ਕਿਤੇ ਠੰਡਕ ਨਹੀਂ ਹੈ। ਪ੍ਰਿਥੀ ਆਕਾਸ਼ ਸਗਲ ਤਪਤਾਇਓ। ਧਰਤੀ ਆਕਾਸ਼ ਸਾਰਾ ਹੀ ਤਪਸ਼ ਨਾਲ ਤਪ ਰਿਹਾ ਹੈ। ਮਨੋ ਤੇਜ ਅਗਨੀ ਦਿਪਤਾਇਓ। ਮਾਨੋ ਅੱਗ ਪੈ ਰਹੀ ਹੈ, ਇੰਨਾ ਤੇਜ਼ ਤਪ ਰਿਹਾ ਹੈ। ਸਭਾ ਬਿਖੈ ਨੋ ਰੰਗ ਨੇ ਕਹਿਓ। ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਕਿਹਾ ਸਭਾ ਦੇ ਵਿੱਚ, ਆਜ ਤਪਤ ਅਤਸ਼ੈ ਜਨ ਦਹਿਓ। ਕਹਿੰਦੇ ਅੱਜ ਬੜੀ ਗਰਮੀ ਪੈ ਰਹੀ ਹੈ, ਬਹੁਤ ਤਪਸ਼ ਪੈ ਰਹੀ ਹੈ, ਬੜੀਆਂ ਤੇਜ਼ ਲੂਆਂ ਚੱਲ ਰਹੀਆਂ ਨੇ, ਗਰਮੀ ਸਹਾਰੀ ਨਹੀਂ ਜਾਂਦੀ। ਗੁਰ ਨੰਦਨ ਨਿਜ ਬਾਗ ਉਚਾਰੋ। ਬਾਬਾ ਜੀ ਕੋਈ ਬਚਨ ਕਰੋ, ਕਿਰਪਾ ਕਰੋ, ਇੰਨੀ ਗਰਮੀ ਤੋਂ ਬਚਾਓ ਸਾਨੂੰ। ਮਿਟੈ ਤਪਤ ਸੀਤਲਤਾ ਠਾਰੋ। ਹਾਂ, ਇੰਨੀ ਜਿਹੜੀ ਤਪਸ਼ ਪੈ ਰਹੀ ਹੈ ਇਹ ਤਾਂ ਸਾਹ ਘੁੱਟਦੀ ਹੈ। ਕਈ ਵਾਰੀ ਗਰਮੀ ਇਤਨੀ ਜ਼ਿਆਦਾ ਹੋ ਜਾਂਦੀ ਵੀ ਬੰਦਾ ਚੱਲ ਹੀ ਨਹੀਂ ਸਕਦਾ, ਕਈ ਤਾਂ ਗਰਮੀ ਨਾਲ ਬੇਹੋਸ਼ ਹੀ ਹੋ ਜਾਂਦੇ ਆ ਮਾੜੇ ਬੰਦੇ। ਤਾਂ ਗਰਮੀ ਸਹੀ ਨਹੀਂ ਜਾ ਰਹੀ, ਬਾਬਾ ਜੀ ਕਰੋ ਕਿਰਪਾ, ਕੋਈ ਗਰਮੀ ਨੂੰ ਦੂਰ ਕਰੋ। ਸਭਾ ਵਿਖੈ ਸੀਤਲ ਬਹਿ ਪਾਉਨ। ਹਾਂ, ਇੱਥੇ ਠੰਡੀ ਹਵਾ ਚੱਲ ਪਵੇ, ਸਭਾ ਵਿੱਚ ਬੈਠੇ ਲੋਕਾਂ ਨੂੰ ਥੋੜਾ ਜਿਹਾ ਸਾਹ ਆਵੇ, ਜਿਸ ਤੇ ਸੁਖਦਾਇਕ ਹੋਏ ਭਾਉਨ। ਗਰਮੀ ਤੋਂ ਨਿਜਾਤ ਮਿਲ ਜਾਵੇ, ਇਸ ਮਹਿਲ ਦੇ ਵਿੱਚ ਸੁੱਖ ਮਿਲੇ ਸਾਰਿਆਂ ਨੂੰ, ਇਹ ਕਿਰਪਾ ਕਰੋ ਮਹਾਂਪੁਰਸ਼ੋ। ਸਭ ਹਨ ਕੇ ਚਿਤ ਵਿਆਕੁਲ ਅਹੇ। ਸਾਰਿਆਂ ਦੇ ਮਨ ਬੜੇ ਵਿਆਕੁਲ ਹਨ, ਚਿੱਤ ਬੜੇ ਵਿਆਕੁਲ ਹਨ। ਮਹਾ ਕਾਮ ਜਨ ਤਨ ਕੋ ਦਹੇ। ਇੰਨੀ ਗਰਮੀ ਹੈ ਮਾਨੋ ਸਰੀਰ ਨੂੰ ਸਾੜੀ ਜਾਂਦੀ ਹੈ। ਸੀਤਲ ਮੰਦ ਸਮੀਰ ਚਲਾਵੋ। ਬਾਬਾ ਜੀ ਕੋਈ ਰੁਮਕ ਰੁਮਕ ਕੇ ਚੱਲਣ ਵਾਲੀ ਠੰਡੀ ਠੰਡੀ ਸੀਤਲ ਹਵਾ ਚਲਾਓ। ਸਭ ਕੋ ਸੁਖ ਦਿਓ ਤਪਤ ਮਿਟਾਵੋ। ਬਾਬਾ ਜੀ ਸਾਰਿਆਂ ਨੂੰ ਸੁੱਖ ਮਿਲੇ, ਸਾਰਿਆਂ ਦੀ ਤਪਸ਼ ਗਰਮੀ ਜਿਹੜੀ ਜੇਠ ਹਾੜ ਦੀ ਸਾਨੂੰ ਸਾੜ ਰਹੀ ਹੈ ਇਹ ਦੂਰ ਹੋ ਜਾਵੇ। ਸੁਨ ਸ੍ਰੀ ਰਾਮ ਰਾਏ ਬਚ ਕਹੇ। ਔਰੰਗਜ਼ੇਬ ਦੇ ਬਚਨ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ, ਹੋਏ ਸੀਤਲ ਜੈਸੇ ਚਿਤ ਰਹੇ। ਕੋਈ ਗੱਲ ਨਹੀਂ ਬਾਦਸ਼ਾਹ, ਜੇ ਤੁਸੀਂ ਠੰਡਕ ਚਾਹੁੰਦੇ ਹੋ ਤੇ ਹੁਣੇ ਸੀਤਲ ਹਵਾ ਚੱਲ ਪੈਂਦੀ ਹੈ। ਤ੍ਰੈ ਬਿਦ ਕੀ ਸਮੀਰ ਆਵੇ ਆਵੈ। ਤਿੰਨ ਤਰ੍ਹਾਂ ਦੀ ਹਵਾ ਹੁਣ ਆਵੇਗੀ। ਰੁੱਤ ਬਸੰਤ ਸਭ ਕੋ ਬਿਦਤਾਵੈ। ਹਾਂ, ਜਿਵੇਂ ਬਸੰਤ ਰੁੱਤ ਦੇ ਵਿੱਚ ਸੋਹਣੀ ਮੌਸਮ ਹੋ ਜਾਂਦੀ ਹੈ, ਸਾਰੇ ਬਾਗਾਂ ਦੇ ਵਿੱਚ ਫੁੱਲ ਤੇ ਫਲ ਖਿੜ ਜਾਂਦੇ ਹਨ, ਫੁੱਲਾਂ ਦੇ ਉੱਤੇ ਨਵੀਂ ਬਹਾਰ ਆ ਜਾਂਦੀ, ਸਾਰੀ ਧਰਤੀ ਬਸੰਤ ਰੁੱਤ ਵਿੱਚ ਖਿੜ ਜਾਂਦੀ। ਮੌਲੀ ਧਰਤੀ, ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ਼, ਇਸ ਤਰ੍ਹਾਂ ਦਾ ਵਾਤਾਵਰਣ ਕਰ ਦਿੰਦੇ ਹਾਂ। ਜਿਸ ਕੋ ਹੋਏ ਸਪਰਸ਼ ਤਨ ਆਏ। ਇਹੋ ਜੀ ਹਵਾ ਚੱਲੇਗੀ ਜਿਹੋ ਜੀ ਬਸੰਤ ਰੁੱਤ ਵਿੱਚ ਚੱਲਦੀ ਹੈ, ਸਾਰਿਆਂ ਦੇ ਸਰੀਰ ਨੂੰ ਆ ਕੇ ਜਿਸ ਨੂੰ ਵੀ ਛੂਏਗੀ ਅਦਕ ਮੋਦ ਚਿਤ ਕੋ ਉਪਜਾਏ। ਮਨ ਵਿੱਚ ਭਾਰੀ ਖੁਸ਼ੀ ਪੈਦਾ ਕਰੇਗੀ, ਪ੍ਰਸੰਨਤਾ ਪੈਦਾ ਕਰੇਗੀ। ਬਿਰਖਮ ਝਾਰ ਮਿਟੇ ਅਬ ਐਸੇ। ਆ ਜਿਹੜੇ ਇੰਨੀ ਜ਼ਿਆਦਾ ਗਰਮੀ ਹੈ, ਤਪਸ਼ ਹੈ, ਇਹ ਮਿਟ ਜਾਏਗੀ। ਸੂਰਜ ਉਦੇ ਇਮਰ ਤਿਮਰ ਗਨ ਜੈਸੇ। ਜਿਵੇਂ ਹਨੇਰਾ ਸੂਰਜ ਦੇ ਚੜ੍ਹਨ ਨਾਲ ਮਿਟ ਜਾਂਦਾ ਹੈ, ਉਸ ਹਵਾ ਨਾਲ ਇਹ ਲੂਆਂ ਹਟ ਜਾਣਗੀਆਂ। ਐਮ ਕਹਿਓ ਸੁਖਦਾਇਕ ਪਾਉਨ। ਇਹ ਬਚਨ ਕਹਿੰਦਿਆਂ ਹੀ ਜਦੋਂ ਬਾਬਾ ਜੀ ਰਾਮ ਰਾਏ ਜੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਦੇ ਬਚਨ ਕਹੇ, ਨਾਲ ਲੱਗਦਿਆਂ ਹੀ ਸੁੱਖ ਦੇਣ ਵਾਲੀ ਹਵਾ ਚੱਲ ਪਈ। ਚਾਲੀ ਤ੍ਰੈ ਬਿਦ ਕੀ ਤਿਸ ਭਾਉਨ। ਕਹਿੰਦੇ ਜਿਵੇਂ ਹਵਾ ਰੁਮਕ ਰੁਮਕ ਕੇ ਬਸੰਤ ਰੁੱਤ ਵਿੱਚ ਚੱਲਦੀ ਹੈ, ਉਦਾਂ ਦੀ ਚੱਲੀ। ਤਿੰਨ ਤਰ੍ਹਾਂ ਦੀ ਹਵਾ ਦੱਸਦੇ ਬਾਬਾ ਜੀ ਨੇ ਚਲਾਈ ਉੱਥੇ। ਮਹਿਦ ਸੁਗੰਧਤ ਆਨੰਦ ਉਪਾਵਤ। ਇੱਕ ਤਾਂ ਉਹਦੇ 'ਚ ਸੁਗੰਧੀ ਸੀ, ਖੁਸ਼ਬੂ ਆਉਂਦੀ ਸੀ। ਮੰਦ ਮੰਦ ਸੀਤਲ ਚਲ ਆਵਤ। ਦੂਸਰੀ ਹੌਲੇ ਹੌਲੇ ਰੁਮਕ ਰੁਮਕ ਕੇ ਚੱਲਦੀ ਸੀ। ਬਹੁਤੀ ਤੇਜ਼ ਹਵਾ ਹੋਵੇ ਉਹ ਵੀ ਤੂਫਾਨ ਹਨੇਰੀ, ਉਹ ਥੋੜਾ ਚਾਹੀਦੀ ਹੈ, ਤੇ ਬਿਲਕੁਲ ਹੀ ਨਾ ਹੋਵੇ ਉਹ ਵੀ ਮਾੜੀ ਹੈ। ਰੁਮਕ ਰੁਮਕ ਕੇ ਥੋੜੀ ਥੋੜੀ ਸੁਗੰਧੀ ਵਾਲੀ ਹਵਾ ਚੱਲ ਰਹੀ ਹੈ। ਸੀਤਲ ਚਲ ਆਵਤ। ਸਿਆ ਠੰਡੀ ਵੀ ਹੈ। ਕਬੂ ਨਾ ਆਗੇ ਸੁਨੀ ਨਾ ਹੇਰੀ। ਇਹੋ ਜੀ ਕਹਿੰਦੇ ਹਵਾ ਨਾ ਅੱਗੇ ਵੇਖੀ ਸੀ ਨਾ ਸੁਣੀ ਸੀ, ਜਿਹੜੀ ਅੱਜ ਬਾਬਾ ਜੀ ਨੇ ਆਪਣੇ ਬਚਨ ਨਾਲ ਚਲਾ ਦਿੱਤੀ ਹੈ। ਹੋਤ ਸਪਰਸ਼ ਸੁਖਰ ਤਿਸ ਬੇਰੀ। ਸਾਰਿਆਂ ਦੇ ਸਰੀਰ ਨੂੰ ਸੁੱਖ ਦਿੰਦੀ ਹੈ, ਆਨੰਦ ਦਿੰਦੀ ਹੈ। ਹਰਖ ਭਰੇ ਔਰ ਸਰਬ ਵਿਸਾਲ। ਬਾਦਸ਼ਾਹ ਦੀ ਕਚਹਿਰੀ ਵਿੱਚ ਜਿੰਨੇ ਵੀ ਕਰਿੰਦੇ ਬਾਦਸ਼ਾਹ ਦੇ ਬੈਠੇ ਹੋਏ ਹਨ, ਅਫਸਰ ਬੈਠੇ ਹੋਏ ਹਨ, ਛੋਟੇ ਵੱਡੇ, ਸਾਰੇ ਹੀ ਖੁਸ਼ ਹੋ ਗਏ, ਬੜੇ ਪ੍ਰਸੰਨ ਹੋ ਗਏ। ਬਿਸਮਤ ਚੇਤ ਅਸ ਵਾਯੂ ਚਾਲ। ਇਹੋ ਜੀ ਹਵਾ ਚੱਲਣ ਦੇ ਨਾਲ ਸਾਰੇ ਹੈਰਾਨ ਵੀ ਸਨ ਵੀ ਇੰਨੀ ਜੇਠ ਹਾੜ ਦੀ ਗਰਮੀ ਦੇ ਵਿੱਚ ਇਹ ਹਵਾ ਕਿੱਥੋਂ ਆ ਰਹੀ ਹੈ।
ਇਹ ਬਾਬਾ ਜੀ ਨੇ ਕਿਹੜੀ ਕਰਾਮਾਤ ਬਚਨ ਕਰਦਿਆਂ ਸਾਰੇ ਨਾਨਕ ਦਾਸ ਮੁਖ ਤੇ ਜੋ ਬੋਲੇ, ਜਿਹੜਾ ਬਚਨ ਮੂੰਹ ਤੋਂ ਕੱਢ ਦੇਣਾ ਉਸੇ ਵੇਲੇ ਪੂਰਾ ਹੋ ਜਾਣਾ। ਇਹ ਅਚੰਭੇ ਵਾਲਾ ਕੌਤਕ ਸਾਰੇ ਦਰਬਾਰੀ ਦੇਖ ਰਹੇ ਹਨ। ਤਿਸ ਦਿਨ ਸੰਧਿਆ ਲੱਗ ਸੋ ਬਹੀ, ਉਸ ਦਿਨ ਸ਼ਾਮ ਤੱਕ ਸਾਧ ਸੰਗਤ ਜੀ ਹਵਾ ਚੱਲਦੀ ਰਹੀ। ਸਾਰਾ ਦਿਨ ਉਹੀ ਮਾਹੌਲ ਬਣਿਆ ਰਿਹਾ ਦਿੱਲੀ ਸ਼ਹਿਰ ਵਿੱਚ। ਸੀਤ ਸੁਗੰਧ ਮੰਦ ਗਤ ਲਹੀ, ਬੜੀ ਸੁਗੰਧੀ ਵਾਲੀ ਠੰਡੀ ਠੰਡੀ ਰੁਮਕ ਰੁਮਕ ਕੇ ਚੱਲਣ ਵਾਲੀ ਹਵਾ ਸੀ। ਹੋਏ ਹਰਕਤ ਉਰ ਸਮਾਂ ਬਿਤਾਇਓ, ਉਹ ਦਿਨ ਬੜੀ ਖੁਸ਼ੀ ਨਾਲ ਸਾਰਿਆਂ ਨੇ ਬਤੀਤ ਕੀਤਾ। ਬਾਦਸ਼ਾਹ ਵੀ ਬੜਾ ਖੁਸ਼ ਹੋਇਆ ਤੇ ਉਹਦੇ ਦਰਬਾਰੀ ਵੀ ਖੁਸ਼ ਹੋਏ। ਅਦਿਕ ਆਨੰਦ ਸ਼ਾਹ ਉਪਜਾਇਓ, ਬਾਦਸ਼ਾਹ ਬਹੁਤ ਹੀ ਖੁਸ਼ ਸੀ, ਬਹੁਤ ਹੀ ਆਨੰਦ ਮਿਲਿਆ ਕਿਉਂਕਿ ਗਰਮੀ ਤੋਂ ਰਾਹਤ ਮਿਲ ਗਈ। ਸੜ ਰਿਹਾ ਸੀ ਪਿੰਡਾਂ ਸਾਰਿਆਂ ਦਾ, ਲੂਹਾਂ ਚੱਲ ਰਹੀਆਂ ਸੀ, ਘਬਰਾਹਟ ਹੁੰਦੀ ਸੀ ਇੰਨੀ ਗਰਮੀ ਦੇ ਵਿੱਚ। ਪੁਨ ਇੱਕ ਬਾਸੁਰ ਸਭਾ ਸੋ ਆਏ, ਫਿਰ ਇੱਕ ਦਿਨ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ 'ਚ ਆਏ ਹਨ। ਲਗਨ ਸਮਾਧ ਪ੍ਰਤੰਤ ਚਲਾਏ, ਉੱਥੇ ਕੋਈ ਗੱਲ ਚੱਲ ਰਹੀ ਸੀ ਸਮਾਧੀ ਲੱਗਣ ਬਾਰੇ, ਕਿਉਂਕਿ ਯੋਗ ਦੇ ਵਿੱਚ ਯੋਗ ਦੇ 8 ਅੰਗ ਹਨ। ਸਮਾਧੀ ਬਹੁਤ ਉੱਚਾ ਸਮਾਧੀ, ਅਸੀਂ ਤਾਂ ਉਹਦਾ ਅੱਖਾਂ ਮੀਚਣ ਨੂੰ ਸਮਝਦੇ ਹਾਂ ਵੀ ਅੱਖਾਂ ਮੀਚ ਕੇ ਬਹਿ ਗਿਆ, ਸਮਾਧੀ ਲੱਗ ਗਈ। ਸਮਾਧੀ ਜਿੱਥੇ ਮਨ ਬੁੱਧ ਚੇਤਨ ਘਾਰ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ, ਬਿਰਤੀਆਂ ਸਾਰੀਆਂ ਨਿਰੋਧ ਹੋ ਜਾਂਦੀਆਂ ਨੇ, ਇੱਕ ਸਰੂਪ ਵਿੱਚ ਲੀਨਤਾ ਹੋ ਜਾਂਦੀ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਜੀਵ ਈਸ਼ ਦਾ ਭੇਦ ਮਿਟ ਜਾਂਦਾ ਹੈ, ਭਗਤ ਭਗਵਾਨ ਦਾ ਭੇਦ ਮਿਟ ਜਾਂਦਾ, ਉਸ ਨੂੰ ਸਮਾਧੀ ਕਹਿੰਦੇ ਹਨ। ਬਾਬਾ ਜੀ ਦੀ ਸਮਾਧੀ ਲੱਗਣ ਬਾਰੇ ਜਾਂ ਹੋਰ ਲੋਕਾਂ ਦੇ ਸਮਾਧੀ ਲਾਉਣ ਬਾਰੇ ਗੱਲ ਚੱਲ ਪਈ। ਦਸਵੇਂ ਦੁਆਰ ਪਾਉਨ ਥਿਰ ਹੋਏ, ਕਹਿਣ ਲੱਗੇ, ਕਹਿੰਦੇ ਸੁਣਿਆ ਹੈ ਵੀ ਜੋਗੀ ਲੋਕ ਸਮਾਧੀ ਲਾਉਂਦੇ ਨੇ, ਆਪਣੇ ਸਵਾਸਾਂ ਨੂੰ 10ਵੇਂ ਦੁਆਰ ਵਿੱਚ ਰੋਕ ਲੈਂਦੇ ਨੇ। ਸੁਧ ਸਰੀਰ ਕੀ ਲਖੈ ਨ ਕੋਏ, ਜਦੋਂ ਸਵਾਸ 10ਵੇਂ ਦੁਆਰ ਵਿੱਚ ਜਾ ਚੜ੍ਹਦੇ ਨੇ, ਇਸ ਸਰੀਰ ਦੀ ਸੁੱਧ ਬੁੱਧ ਰਹਿੰਦੀ ਨਹੀਂ। ਪਤਾ ਨਹੀਂ ਚੱਲਦਾ ਬਈ ਮੈਂ ਕੌਣ ਹਾਂ, ਕਿੱਥੇ ਬੈਠਾ ਹਾਂ, ਮੈਂ ਕੀ ਹਾਂ, ਆਪਣੇ ਆਪ ਦਾ ਪਤਾ ਨਹੀਂ ਰਹਿੰਦਾ। ਦੁਐਤ ਵੀ ਮਿਟ ਜਾਂਦੀ ਹੈ, ਆਤਮਾ ਪ੍ਰਾਤਮਾ ਦੀ ਇੱਕ ਮਿਕਤਾ ਹੋ ਜਾਂਦੀ ਹੈ। ਇਤਿਆਦਿਕ ਉਲਮਾਓ ਬਖਾਨੇ, ਇਹ ਅਵਸਥਾ ਬਾਰੇ ਉਲਮਾ ਜਿਹੜੇ ਸਨ ਵਿਦਵਾਨ ਕਾਜੀ ਮੁੱਲਾ, ਉਹ ਗੱਲਾਂ ਕਰਨ ਲੱਗ ਪਏ, ਕਿਉਂਕਿ ਉਹਨਾਂ ਦਾ ਪ੍ਰੈਕਟੀਕਲ ਤਾਂ ਹੈ ਨਹੀਂ ਸੀ। ਜਦੋਂ ਸੁਣਿਆ ਸੁਣਾਇਆ ਹੀ ਬਚਨ ਕਰ ਰਹੇ ਸਨ, ਥਿਊਰੀ ਸੁਣੀ ਹੋਈ ਸੀ ਵੀ ਯੋਗ ਮਤ ਦੇ ਵਿੱਚ ਜੋਗੀ ਲੋਕ ਸਮਾਧੀਆਂ ਲਾਉਂਦੇ ਹਨ। ਅਸ ਸਮਾਧ ਜੋਗੀ ਕਰ ਜਾਣੇ, ਕਾਜੀ ਮੁੱਲਾ ਗੱਲਾਂ ਕਰਦੇ ਨੇ, ਕਹਿੰਦੇ ਇਹੋ ਜੀਆਂ ਸਮਾਧੀਆਂ ਜੋਗੀ ਲੋਕ ਲਾਣਾ ਜਾਣਦੇ ਨੇ। ਅਸ਼ਟ ਅੰਗ ਜੇ ਸਾਧਨ ਕਰੇ, ਪਰ ਜੋਗੀ ਇਹ ਕਹਿੰਦੇ ਨੇ ਜੇ ਕੋਈ 8 ਅੰਗ ਯੋਗ ਦੇ ਸਾਧ ਲਵੇ, ਅਸ਼ਟਾਂਗ ਯੋਗ ਕਰ ਲਵੇ ਤਾਂ ਸਮਾਧੀ ਤੱਕ ਪਹੁੰਚਦਾ ਹੈ। ਇਹ ਕਿਹੜੇ ਹਨ? ਯਮ, ਨਿਯਮ, ਪ੍ਰਾਣਾਯਾਮ, ਧਿਆਨ, ਧਾਰਨਾ, ਪ੍ਰਤਿਹਾਰ, ਸਮਾਧੀ। ਇਹ ਜਿਹੜੇ ਯੋਗ ਦੇ 8 ਅੰਗ ਹਨ, ਜਿਹੜਾ ਇਹਨਾਂ ਨੂੰ ਸਾਧ ਲੈਂਦਾ ਹੈ ਤਬ 10 ਦੁਆਰੇ ਪਾਇਓ ਥਿਰੇ, ਤਾਂ ਉਹਦੀ ਜਿਹੜੀ ਸਵਾਸ ਪਾਉਣ ਹੈ ਉਹ 10ਵੇਂ ਦੁਆਰੇ 'ਚ ਟਿਕ ਜਾਂਦੀ ਹੈ। ਅਧਿਕ ਜੋਗ ਰਸ ਪ੍ਰਾਪਤ ਹੋਏ, ਉਹ 10ਵੇਂ ਦੁਆਰ ਦੇ ਵਿੱਚ ਬਿਰਤੀ ਜਦੋਂ ਟਿਕ ਜਾਂਦੀ ਹੈ, ਉੱਥੇ ਯੋਗ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। 10ਵੇਂ ਦੁਆਰ ਕੁੰਚੀ ਜਬ ਦੀਜੈ, ਤਉ ਦਿਆਲ ਕੋ ਦਰਸ਼ਨ ਕੀਜੈ। ਉੱਥੇ ਕਹਿੰਦੇ ਜਦੋਂ ਪੁਰਾਣ 'ਚ ਆ ਕੇ 10ਵੇਂ ਦੁਆਰ ਵਿੱਚ ਬਿਰਾਜਮਾਨ ਹੋ ਜਾਂਦੇ ਨੇ, ਟਿਕ ਜਾਂਦੇ ਨੇ, ਤਾਂ ਫਿਰ ਉਸ ਵੇਲੇ ਬਿਰਤੀ ਪੂਰੀ ਤਰ੍ਹਾਂ ਇਕਾਗਰ ਹੋ ਕੇ ਜੋਗੀਆਂ ਦੀ ਸਮਾਧੀ ਲੱਗ ਜਾਂਦੀ ਹੈ। ਆਰ ਬਲਾ ਚਿਰ ਜੀਵੀ ਸੋਏ, ਇਹੋ ਜਿਹੇ ਜਿਹੜੇ ਸਮਾਧੀ ਨੂੰ ਪ੍ਰਾਪਤ ਜੋਗੀ ਹੁੰਦੇ ਨੇ, ਉਹ ਆਪਣੀ ਉਮਰ ਵਧਾ ਲੈਂਦੇ ਨੇ, ਚਿਰੰਜੀਵੀ ਹੋ ਜਾਂਦੇ ਨੇ। ਐਸੇ ਜੋਗੀਆਂ ਦਾ ਵੀ ਜ਼ਿਕਰ ਮਿਲਦਾ ਹੈ ਜਿਹੜੇ 5-5 ਹਜ਼ਾਰ ਸਾਲ ਤੋਂ ਹਿਮਾਲਿਆ ਦੀਆਂ ਚੋਟੀਆਂ ਤੇ ਬੈਠੇ ਰਹੇ ਧਿਆਨ ਲਾ ਕੇ। ਭਰਤਰੀ ਹਰੀ ਜੀ 1500 ਸਾਲ ਗੁਰੂ ਨਾਨਕ ਦੇਵ ਜੀ ਨੂੰ ਉਡੀਕਦੇ ਰਹੇ। ਉਹਨਾਂ ਨੂੰ ਆਕਾਸ਼ਬਾਣੀ ਹੋਈ ਸੀ ਵੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਵੇਗਾ ਤਾਂ ਤੁਹਾਡੀ ਮੁਕਤੀ ਹੋਵੇਗੀ। ਤੇ ਭਰਤਰੀ ਹਰੀ ਜੀ ਉਜੈਨ ਦੇ ਰਾਜੇ ਸਨ। ਬਿਕਰਮਾਜੀਤ ਰਾਜੇ ਦੇ ਵੱਡੇ ਭਾਈ ਸਨ। ਬਿਕਰਮਾਜੀਤ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ 1526 ਸਾਲ ਪਹਿਲਾਂ
ਆਪਾਂ ਮੰਨਦੇ ਹਾਂ ਵੀ 1526 ਬਿਕਰਮੀ 'ਚ ਮਹਾਰਾਜ ਦਾ ਅਵਤਾਰ ਹੋਇਆ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਸੋ ਸਾਧ ਸੰਗਤ ਜੀ, ਬਿਕਰਮਾਜੀਤ ਰਾਜਾ ਜਿਹੜਾ ਸੀ ਉਹ ਛੋਟਾ ਸੀ, ਉਸ ਤੋਂ ਵੀ ਵੱਡਾ ਉਹਦਾ ਭਾਈ ਸੀ ਰਾਜਾ ਭਰਥਰੀ। ਜਦੋਂ ਉਹਨੇ ਯੋਗ ਸਾਧਨਾ ਕੀਤੀ ਤੇ ਉਹਨੂੰ ਆਕਾਸ਼ਬਾਣੀ ਹੋਈ ਵੀ ਤੇਰੀ ਮੁਕਤੀ ਗੁਰੂ ਨਾਨਕ ਸਾਹਿਬ ਦੇ ਆਇਆ ਹੋਣੀ ਹੈ, ਉਹਨਾਂ ਚਿਰ ਤੈਨੂੰ ਉਡੀਕਣਾ ਪਵੇਗਾ। ਇਹ ਯੋਗ ਬਲ ਦੇ ਨਾਲ ਇੰਨਾ ਚਿਰ ਜਿਉਂਦਾ ਰਿਹਾ ਹੈ। ਫਿਰ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਹੈ ਤੇ ਸਤਿਗੁਰੂ ਜੀ ਕੋਲੋਂ ਆਪਣੇ ਮਨ ਦੇ ਸੰਸੇ ਨਿਰਵਿਰਤ ਕਰਾਏ ਹਨ। ਸੁਣ ਭਰਥਰ ਨਾਨਕ ਕਹਿ ਵਿਚਾਰ। ਹੋਰ ਵੀ ਬਾਣੀ 'ਚ ਬੜੇ ਸ਼ਬਦ ਆਉਂਦੇ ਨੇ। ਭਰਥਰੀ ਨੂੰ ਮਹਾਰਾਜ ਉਪਦੇਸ਼ ਦਿੱਤਾ ਹੈ, ਉੱਤਰ ਅਵਕੜ ਸਰਵਰ ਨਹਾਵੈ, ਬਕੈ ਨ ਬੋਲੇ ਹਰ ਗੁਣ ਗਾਵੈ। ਇਹ ਸਾਰੀ ਅਸ਼ਟਪਦੀ ਮਹਾਰਾਜ ਨੇ ਭਰਥਰੀ ਦੇ ਪ੍ਰਥਾਏ ਉਚਾਰਨ ਕੀਤੀ ਹੈ। ਸੋ ਸਾਧ ਸੰਗਤ ਜੀ, ਭਰਥਰੀ ਜੀ ਵਰਗੇ ਹੋਰ ਵੀ ਬੜੇ ਜੋਗੀ ਸਨ ਜਿਹੜੇ 500 700 ਸਾਲ, ਹਜ਼ਾਰ ਸਾਲ ਸਮਾਧੀ ਵਿੱਚ ਪ੍ਰਾਣ ਵਿੱਚ 10ਵੇਂ ਦੁਆਰ ਵਿੱਚ ਚੜ੍ਹਾ ਕੇ ਜਿੱਥੇ ਬੈਠ ਜਾਂਦੇ ਸਨ, ਬੜਾ ਲੰਮਾ ਸਮਾਂ ਸਮਾਧੀ 'ਚ ਹੀ ਬੈਠੇ ਰਹਿੰਦੇ ਸਨ। ਸਰੀਰ 'ਤੇ ਕੋਈ ਅਸਰ ਨਹੀਂ ਸੀ ਪੈਂਦਾ, ਬੁਢੇਪੇ ਦਾ, ਬਿਮਾਰੀ ਦਾ, ਰੋਗ ਦਾ, ਮੌਤ ਦਾ। ਇਹ ਵਿਦਿਆ ਬਾਰੇ ਕਾਜ਼ੀਆਂ ਨੇ ਗੱਲ ਛੇੜੀ ਹੈ ਵੀ ਅਸੀਂ ਸੁਣਿਆ ਹੈ ਵੀ ਜੋਗੀਆਂ ਦੇ ਕੋਲੇ ਬਿਰਤੀ ਲਾਉਣ ਦੀ, ਧਿਆਨ ਲਾਉਣ ਦੀ, ਸਮਾਧੀ ਲਾਉਣ ਦੀ ਇੱਕ ਜੁਗਤੀ ਹੁੰਦੀ ਹੈ। ਗੋਰਖ ਕਠਨ ਪੰਥ ਉਪਰਾਜਾ। ਕਹਿਣ ਲੱਗੇ ਗੋਰਖਨਾਥ ਨੇ ਬੜਾ ਕਠਨ ਪੰਥ ਚਲਾਇਆ ਹੈ। ਗੋਰਖਨਾਥ ਨੇ ਆਪਣੇ ਚੇਲੇ ਰਾਜੇ ਮਹਾਰਾਜੇ ਬਣਾਏ ਹਨ। ਸਿੱਖ ਕਰੇ ਤਿਨ ਵੱਡ ਰਾਜਾ। ਵੱਡੇ ਰਾਜਿਆਂ ਨੂੰ ਆਪਣਾ ਚੇਲਾ ਬਣਾਇਆ। ਇਹ ਪੰਕਤੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਬਚਿੱਤਰ ਨਾਟਕ ਵਿੱਚੋਂ ਚੁੱਕੀ ਹੈ। ਇੱਕ ਅੱਖਰ ਵਧਾਇਆ ਇੱਥੇ। ਉੱਥੇ ਮਹਾਰਾਜ ਨੇ ਲਿਖਿਆ ਸਿੱਖ ਕਰੇ ਤਿਨਹੂ ਵੱਡ ਰਾਜਾ। ਇੱਥੇ ਭਾਈ ਸਾਹਿਬ ਲਿਖਦੇ ਸਿੱਖ ਕਰੇ ਤਿਨ ਵੱਡ ਰਾਜਾ। ਕਹਿੰਦੇ ਵੱਡੇ ਰਾਜਿਆਂ ਨੂੰ ਗੋਰਖਨਾਥ ਨੇ ਆਪਣੇ ਚੇਲੇ ਬਣਾਇਆ ਸੀ। ਮਾਰਗ ਜੋਗ ਤਿਨੋਂ ਸਿਖਰਾਵਾ। ਭਰਥਰੀ ਵਰਗੇ ਰਾਜੇ, ਗੋਪੀ ਚੰਦ ਵਰਗੇ ਰਾਜਿਆਂ ਨੂੰ ਯੋਗ ਦਾ ਮਾਰਗ ਦੱਸਿਆ ਸੀ ਗੁਰੂ ਗੋਰਖਨਾਥ ਜੀ ਨੇ। ਚਰਨਜੀਵ ਕਰ ਦੇਹ ਰਖਾਵਾ। ਔਰ ਉਹਨਾਂ ਨੂੰ ਚਿਰੰਜੀਵ ਹਜ਼ਾਰਾਂ ਸਾਲ ਜੀਣ ਦੀ ਜੁਗਤੀ ਦੱਸ ਦਿੱਤੀ ਸੀ। ਲੰਮਾ ਸਮਾਂ ਇਸ ਦੁਨੀਆ ਤੇ ਰਹਿ ਸਕਦੇ ਹੋ, ਜਿੰਨਾ ਚਿਰ ਮਰਜ਼ੀ ਜੀ ਸਕਦੇ ਹੋ, ਇਹੋ ਜਿਹਾ ਤਰੀਕਾ ਦੱਸਿਆ ਸੀ। ਅਪਰਨ ਮੈਂ ਇਹ ਬਾਤ ਨਾ ਪਈਅਤ। ਕਾਜੀ ਮੁਲਾਣੇ ਕਹਿੰਦੇ ਨੇ ਜੋਗੀਆਂ ਤੋਂ ਬਿਨਾਂ ਹੋਰ ਕਿਤੇ ਇਹਦੀ ਐਗਜ਼ੈਂਪਲ ਨਹੀਂ ਮਿਲਦੀ, ਹੋਰ ਕਿਤੇ ਮਿਸਾਲ ਨਹੀਂ ਮਿਲਦੀ। ਇਹ ਬਾਤ ਹੋਰ ਕਿਸੇ ਕੋਲ ਨਹੀਂ ਹੈ ਕਿ ਸੈਂਕੜੇ ਸਾਲ ਜੀ ਲੈਣਾ, ਪ੍ਰਾਣ 10ਵੇਂ ਦੁਆਰ ਵਿੱਚ ਚੜ੍ਹਾ ਲੈਣੇ। ਗੋਰਖ ਪੰਥ ਬਿਕੈ ਸਿੱਖ ਲਈਅਤ। ਗੋਰਖਨਾਥ ਜੀ ਦੇ ਪੰਥ ਵਿੱਚ ਹੀ ਇਹ ਮਾਰਗ ਹੈ ਵੀ ਉਹ ਪ੍ਰਾਣਾਂ ਨੂੰ 10ਵੇਂ ਦੁਆਰ ਵਿੱਚ ਚੜ੍ਹਾ ਕੇ ਤੇ ਬੜਾ ਲੰਮਾ ਸਮਾਂ ਜੀ ਲੈਂਦੇ ਹਨ ਯੋਗ ਦੇ ਬਲ ਨਾਲ। ਸੁਨਤ ਸਾਹਿਬ ਨੇ ਤਬੈ ਬਖਾਨਾ। ਇਹ ਸੁਣ ਕੇ ਕੋਲ ਬੈਠਿਆ ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ, ਸੁਨੋ ਗੁਰੂ ਸੋ ਤੁਮ ਪੀ ਜਾਨਾ। ਕਹਿਣ ਲੱਗਾ ਬਾਬਾ ਰਾਮ ਰਾਏ ਜੀ, ਕੀ ਤੁਸੀਂ ਵੀ ਯੋਗ ਬਾਰੇ ਕੁਝ ਜਾਣਦੇ ਹੋ? ਕੀ ਗੁਰੂ ਨਾਨਕ ਦੇਵ ਜੀ ਨੇ ਯੋਗ ਬਾਰੇ ਆਪਣੇ ਸਿੱਖਾਂ ਨੂੰ ਕੁਝ ਦੱਸਿਆ ਕਿ ਨਹੀਂ ਦੱਸਿਆ? ਗੋਰਖਨਾਥ ਜੀ ਨੇ ਤਾਂ ਯੋਗ ਬਾਰੇ ਬਹੁਤ ਦੱਸਿਆ, ਪਰ ਗੁਰੂ ਨਾਨਕ ਜੀ ਦਾ ਮਤ ਕੈਸਾ ਹੈ? ਲਾਵਤ ਹੋ ਸਮਾਧ ਕੈ ਨਾਹੀ। ਕੀ ਤੁਹਾਡੇ ਮਤ ਵਿੱਚ ਸਮਾਧ ਲਾਣੀ ਆਉਂਦੀ ਕਿਸੇ ਨੂੰ? ਜਿਹੜੀ ਵਿਦਿਆ ਗੋਰਖਨਾਥ ਜੀ ਕੋਲ ਸੀ ਜਾਂ ਉਹਦੇ ਚੇਲਿਆਂ ਕੋਲ ਸੀ ਸਮਾਧੀ ਲਾਣ ਦੀ, ਧਿਆਨ ਲਾ ਕੇ ਸਮਾਧੀ ਲਾ ਕੇ ਲਗਾਤਾਰ ਕਈ ਮਹੀਨੇ ਕਈ ਸਾਲ ਬਹਿ ਜਾਂਦੇ ਸੀਗੇ ਤੇ ਆਪਣੇ ਸਰੀਰ ਨੂੰ ਉਸੇ ਤਰ੍ਹਾਂ ਕਾਇਮ ਰੱਖਦੇ ਸੀ ਜਿਵੇਂ ਬਿਲਕੁਲ ਨਵਾਂ ਤਾਜ਼ਾ ਹੁੰਦਾ ਹੈ। ਬੁੱਢੇ ਨਹੀਂ ਹੋਣਾ, ਬਿਮਾਰ ਨਹੀਂ ਹੋਣਾ ਤੇ ਮਰਨਾ ਵੀ ਨਹੀਂ ਛੇਤੀ। ਉਹ ਜਿਹੜੀ ਅਵਸਥਾ ਹੈ ਕੀ ਤੁਹਾਡੇ ਕੋਲ ਵੀ ਹੈ? ਤੁਸੀਂ ਵੀ ਇੱਦਾਂ ਸਮਾਧੀ ਲਾ ਸਕਦੇ ਹੋ ਬਾਬਾ ਜੀ। ਔਰ ਮਹਤ ਗੁਣ ਗਨ ਤੁਮ ਮਾਹੀ। ਤੁਹਾਡੇ 'ਚ ਹੋਰ ਤਾਂ ਬੜੇ ਗੁਣ ਵੇਖੇ ਨੇ, ਸਾਰੀਆਂ ਸ਼ਕਤੀਆਂ ਵੇਖੀਆਂ ਨੇ, ਪਰ ਅਸੀਂ ਇਹ ਜਾਣਨਾ ਚਾਹੁੰਦੇ ਹਾਂ
ਵੀ ਤੁਹਾਡੇ ਕੋਲ ਇਹ ਵਿਦਿਆ ਵੀ ਹੈ ਜਿਹੜੀ ਸਮਾਧੀ ਲਾਉਣ ਵਾਲੀ ਹੋਵੇ। ਸੁਨ ਸ੍ਰੀ ਰਾਮ ਰਾਏ ਨੇ ਕਹਿਓ। ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਹਮਰੇ ਸ੍ਰੀ ਨਾਨਕ ਜਿਮ ਚਹਿਓ। ਦੇਖੋ ਬਾਦਸ਼ਾਹ, ਸਾਡੇ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਜਿਵੇਂ ਚਾਹੁੰਦੇ ਹਨ ਸੋ ਬਿਦ ਕਰਤੇ ਰਹੇ ਬਿਸਾਲਾ। ਉਦਾਂ ਹੀ ਆਪਣੀ ਮਰਜ਼ੀ ਨਾਲ ਕਰਦੇ ਰਹੇ ਆ। ਉਹਨਾਂ ਨੇ ਜਿਹੜੀ ਸਹਿਜ ਸਮਾਧੀ ਦਿੱਤੀ ਹੈ, ਇੱਕ ਸਮਾਧੀ ਹੈ ਜਿਹੜੀ ਜੋਗੀ ਲਾਉਂਦੇ ਹਨ ਤੇ ਉਹ ਧਿਆਨ ਲਾ ਕੇ 10ਵੇਂ ਦੁਆਰ ਵਿੱਚ ਰਹਿਤ ਕਰੇ, ਉੱਥੇ ਟਿਕਦੇ ਹਨ ਤੇ ਕਈ ਮਹੀਨੇ ਕਈ ਸਾਲ ਬਹਿੰਦੇ। ਉਹ ਗੱਲ ਵੀ ਅਸੀਂ ਸੁਣੀ ਹੈ, ਜਾਣਦੇ ਹਾਂ। ਪਰ ਬਾਬੇ ਨਾਨਕ ਦੀ ਜਿਹੜੀ ਸਮਾਧੀ ਹੈ ਉਹ ਸਹਿਜ ਸਮਾਧੀ ਹੈ। ਹਰ ਵੇਲੇ ਤੁਰਦਿਆਂ ਫਿਰਦਿਆਂ, ਖਾਂਦਿਆਂ ਪੀਂਦਿਆਂ, ਕੰਮਕਾਰ ਕਰਦਿਆਂ ਵੀ ਧਿਆਨ ਵਾਹਿਗੁਰੂ ਦੇ ਵਿੱਚ ਲੀਨ ਹੀ ਹੈ। ਕੀਰਤਨ ਨਾਲ ਸਮਾਧੀ ਲਾਈ ਹੈ, ਕਥਾ ਨਾਲ ਸਮਾਧੀ ਲਾਈ ਹੈ, ਪਰਮੇਸ਼ਰ ਦੇ ਭਜਨ ਨਾਲ ਸਮਾਧੀ ਲਾਈ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਮਾਰਗ ਹੈ। ਕਰਨ ਸਮਾਧ ਸੋ ਪੰਥ ਸੁਖਾਲਾ। ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਰਸਤੇ ਸਮਾਧੀ ਲਾਣੀ ਸੌਖੀ ਹੈ। ਸੌਖੀ ਸਮਾਧੀ ਆਪਣੇ ਸਿੱਖਾਂ ਨੂੰ ਸਹਿਜ ਸਮਾਧੀ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ। ਸਤਿਗੁਰ ਘਰ ਮੈਂ ਸਭ ਕਿਛ ਪਈਅਤ। ਪਰ ਬਾਦਸ਼ਾਹ, ਇਹ ਗੁਰੂ ਨਾਨਕ ਦੇਵ ਜੀ ਦੇ ਘਰ 'ਚ ਸਾਰਾ ਕੁਝ ਹੈ, ਸਾਰਾ ਕੁਝ ਹੈ। ਨੈਗੇਟਿਵ ਪੋਜ਼ਿਟਿਵ ਸਾਰਾ ਕੁਝ ਹੁੰਦਾ। ਸਾਧ ਸੰਗਤ ਜੀ, ਜੇ ਘਰ ਦੇ ਰਾਜੇ ਮਹਾਰਾਜਿਆਂ ਦੇ ਘਰ ਹੁੰਦੇ ਨਾ, ਉੱਥੇ ਸਾਰਾ ਕੁਝ ਹੁੰਦਾ ਹੈ। ਜੇ ਕਿਸੇ ਚੀਜ਼ ਦੀ ਕਮੀ ਹੋਵੇ ਤਾਂ ਕਹਿੰਦੇ ਬਾਦਸ਼ਾਹ ਦੇ ਘਰ 'ਚ ਕਮੀ ਹੈ। ਗੁਰੂ ਨਾਨਕ ਦੇ ਘਰ 'ਚ ਕਮੀ ਕੋਈ ਨਹੀਂ। ਅੱਜ ਕੱਲ੍ਹ ਸਾਡੇ ਕੁਝ ਭਰਾ ਇੱਕ ਪਾਸਾ ਫੜ ਲੈਂਦੇ ਆ, ਦੂਜਾ ਪਾਸਾ ਵੇਖਦੇ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਸ ਚੀਜ਼ ਦੀ ਵੀ ਲੋੜ ਹੁੰਦੀ ਹੈ। ਉਹ ਕਹਿੰਦੇ ਬਸ ਜਿੰਨਾ ਕੁ ਮੈਂ ਆ ਨਾ, ਜਿਵੇਂ ਖੂਹ ਦਾ ਡੱਡੂ ਕਹਿੰਦਾ ਵੀ ਮੇਰੇ ਤੋਂ ਅੱਗੇ ਕਿਸੇ ਨੂੰ ਪਤਾ ਹੀ ਨਹੀਂ। ਸਮੁੰਦਰ ਤੇ ਹੋਣਾ ਹੀ ਨਹੀਂ ਚਾਹੀਦਾ, ਖੂਹ ਹੀ ਹੋਣਾ ਚਾਹੀਦਾ। ਪਰ ਹੁਣ ਤੇਰਾ ਖੂਹ ਨਾਲ ਗੁਜ਼ਾਰਾ ਹੁੰਦਾ, ਤੂੰ ਖੂਹ ਨਾਲ ਗੁਜ਼ਾਰਾ ਕਰੀ ਜਾ ਭਰਾਵਾ। ਪਰ ਜਿਨ੍ਹਾਂ ਦਾ ਸਮੁੰਦਰ 'ਚ ਗੁਜ਼ਾਰਾ ਹੈ ਉਹ ਖੂਹ ਤੇ ਨਹੀਂ ਰਹਿ ਸਕਦੇ। ਇੰਨੀ ਸੋਝੀ ਨਾਲ ਲੋਕਾਂ ਨੂੰ ਹੈ ਨਹੀਂ, ਸ਼ੰਕੇ 'ਚ ਪੈ ਜਾਂਦੇ ਆ। ਗੁਰੂ ਨਾਨਕ ਸਾਹਿਬ ਦਾ ਘਰ ਪਾਤਸ਼ਾਹਾਂ ਦਾ ਘਰ ਹੈ, ਰਾਜੇ ਮਹਾਰਾਜਿਆਂ ਦਾ ਘਰ ਹੈ। ਸਤਿਗੁਰ ਘਰ ਮੈਂ ਸਭ ਕੁਛ ਪਈਅਤ। ਇੱਥੇ ਜੋਗ ਵੀ ਹੈ, ਇੱਥੇ ਭੋਗ ਵੀ ਹੈ, ਇੱਥੇ ਸਾਰਾ ਕੁਛ ਹੈ। ਗੁਰੂ ਨਾਨਕ ਦਾ ਘਰ ਵੱਡਾ ਘਰ ਹੈ, ਸਭ ਕੁਛ ਹੈ ਘਰ ਤਿਸ ਕੈ ਬਲ ਰਾਮ ਜੀਓ। ਹਾਂਜੀ, ਭਗਤ ਗਿਆਨ ਮਹਿਮਾ ਅਦਕਈਅਤ। ਇੱਥੇ ਭਗਤੀ ਗਿਆਨ ਦੀ ਵੱਡੀ ਮਹਿਮਾ ਹੈ। ਜੋਗ ਸਾਧਨਾ ਵੀ ਹੈ। ਜੋਗ ਬਣਿਆ ਤੇਰਾ ਕੀਰਤਨ ਗਾਈ। ਕੀਰਤਨ ਵਿੱਚ ਹੀ ਯੋਗ ਬਣ ਜਾਂਦਾ ਜਦੋਂ ਧਿਆਨ ਬਿਰਤੀ ਬਾਹਰ ਨਾ ਜਾਵੇ। ਕਿਉਂਕਿ ਯੋਗ ਦਾ ਸਭ ਤੋਂ ਵਧੀਆ ਜਿਹੜਾ ਲੱਛਣ ਮੰਨਿਆ ਜਾਂਦਾ ਹੈ, ਯੋਗ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਪਤੰਜਲੀ ਜੀ ਨੇ ਯੋਗ ਸ਼ਾਸਤਰ ਦੇ ਪਤੰਜਲੀ ਯੋਗ ਸ਼ਾਸਤਰ ਦੇ ਪਹਿਲੇ ਸੂਤਰ ਵਿੱਚ ਲਿਖ ਦਿੱਤੀ ਹੈ। ਪਹਿਲਾ ਸੂਤਰ ਹੈ ਅਥ ਯੋਗ ਅਨੁਸ਼ਾਸਨਮ। ਹੁਣ ਯੋਗ ਦਾ ਅਨੁਸ਼ਾਸਨ ਦੱਸਣ ਲੱਗੇ ਹਾਂ। ਅਗਲਾ ਸੂਤਰ ਹੈ ਚਿੱਤ ਬਿਰਤੀ ਨਿਰੋਧਾ। ਚਿੱਤ ਦੀਆਂ ਬਿਰਤੀਆਂ ਨੂੰ ਇਕੱਠੇ ਕਰ ਲੈਣਾ। ਜਿਵੇਂ ਕੱਛੂ ਕੁੰਮਾ ਆਪਣੇ ਅੰਗਾਂ ਨੂੰ ਆਪਣੇ ਅੰਦਰ ਹੀ ਇਕੱਠੇ ਕਰ ਲੈਂਦਾ, ਕੋਈ ਖਤਰਾ ਨਹੀਂ ਰਹਿੰਦਾ, ਉੱਤੋਂ ਭਾਵੇਂ ਗੱਡੀ ਲੰਘਾ ਦਿਓ। ਇੱਦਾਂ ਜੋਗੀ ਜਿਹੜਾ ਆਪਣੇ ਮਨ ਦੀਆਂ ਬਿਰਤੀਆਂ ਨੂੰ ਬਾਹਰੋਂ ਰੋਕ ਕੇ ਅੰਦਰ ਇਕੱਠੇ ਕਰ ਲੈਣਾ, ਉਹਨੂੰ ਯੋਗ ਕਹਿੰਦੇ ਆ। ਯੋਗ ਦਾ ਸਹੀ ਲੱਛਣ ਇਹੀ ਹੈ ਵੀ ਜੁੜ ਜਾਣਾ, ਇੱਕ ਜਗ੍ਹਾ ਤੇ ਕੇਂਦਰਿਤ ਹੋ ਜਾਣਾ। ਭੋਗੀ ਦਾ ਕੀ ਅਰਥ ਹੈ? ਜੋਗੀ ਤੇ ਭੋਗੀ ਦੋ ਹਨ। ਭੋਗੀ ਉਹ ਹੈ ਜਿਹਦੇ ਭਾਗ ਹੋ ਗਏ, ਹਿੱਸੇ ਹੋ ਗਏ। ਇੱਕ ਹਿੱਸਾ ਪਤਨੀ ਕੋਲ ਚਲਾ ਗਿਆ, ਇੱਕ ਹਿੱਸਾ ਬੱਚਿਆਂ ਕੋਲ ਚਲਾ ਗਿਆ, ਇੱਕ ਹਿੱਸਾ ਸੱਜਣਾ ਮਿੱਤਰਾਂ ਕੋਲ ਚਲਾ ਗਿਆ, ਇੱਕ ਕਾਰੋਬਾਰ ਵਿੱਚ ਚਲਾ ਗਿਆ, ਬਿਜ਼ਨਸ ਵਿੱਚ, ਖੇਤੀਬਾੜੀ 'ਚ, ਦੁਕਾਨਦਾਰੀ 'ਚ। ਜਿੱਥੇ ਧਿਆਨ ਚਲਾ ਗਿਆ ਉਹ ਹੈ ਭੋਗ। ਖਾਣੇ ਪੀਣੇ 'ਚ ਬਿਰਤੀ ਚਲੀ ਗਈ, ਸਾਰੇ ਪਾਸੇ ਮਨ ਖਿੰਡਿਆ ਹੀ ਰਹਿੰਦਾ, ਹਰ ਵੇਲੇ ਦੌੜਿਆ ਹੀ ਫਿਰਦਾ ਸਾਡਾ ਮਨ। ਅਸੀਂ ਭੋਗੀ ਹਾਂ। ਜਿਹਦਾ ਮਨ ਸਾਰੇ ਪਾਸਿਆਂ ਤੋਂ ਕੱਛੂ ਕੁੰਮੇ ਦੀ ਤਰ੍ਹਾਂ ਇਕੱਠਾ ਹੋ ਕੇ ਅੰਦਰ ਜੁੜ ਗਿਆ, ਉਹ ਜੋਗੀ ਹੈ। ਗੁਰੂ ਨਾਨਕ ਦੇ ਘਰ 'ਚ ਜੋਗ ਵੀ ਹੈ, ਭੋਗ ਵੀ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਬਾਬਾ ਰਾਮ ਰਾਏ ਜੀ ਕਹਿੰਦੇ ਸਾਡੇ ਘਰ ਵਿੱਚ ਜੋਗ ਵੀ ਹੈ, ਪਰ ਮੁੱਖ ਭਗਤੀ ਹੈ। ਗੁਰੂ ਘਰ 'ਚ ਭਗਤੀ ਯੋਗ ਹੈ, ਗਿਆਨ ਯੋਗ, ਭਗਤੀ ਯੋਗ,
ਕਈ ਪ੍ਰਕਾਰ ਦਾ ਯੋਗ ਹੈ। ਇਹ ਤੋ ਮੁਖ ਗੌਨ ਹੈ ਆਨ। ਇਹ ਗੁਰੂ ਘਰ 'ਚ ਭਗਤੀ ਗਿਆਨ ਮੁੱਖ ਹੈ, ਬਾਕੀ ਸਾਰੀਆਂ ਚੀਜ਼ਾਂ ਗੌਣ ਹਨ। ਚਾਹੇ ਕਰਹਿ ਦਿੜ ਲਹਿ ਬ੍ਰਹਮ ਗਿਆਨ। ਜਿਹੜਾ ਚਾਹੇ ਜਿੱਦਾਂ ਦੀ ਅਵਸਥਾ ਵਾਲਾ ਹੋਵੇ, ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਡਾਕਟਰ ਕੋਲ ਮਰੀਜ਼ ਆਉਂਦੇ ਨੇ, ਕਿਸੇ ਦਾ ਦੰਦ ਪੀੜ ਹੁੰਦਾ, ਕਿਸੇ ਦਾ ਸਿਰ, ਕਿਸੇ ਦਾ ਕੰਨ, ਕਿਸੇ ਦਾ ਗੋਡਾ, ਕਿਸੇ ਦਾ ਮੋਢਾ। ਸਾਰੀ ਇੱਕੋ ਦਵਾਈ ਥੋੜ੍ਹਾ ਦੇਣੀ ਹੈ। ਜਿੱਦਾਂ ਦੀ ਉਹਦੀ ਪ੍ਰੋਬਲਮ ਹੈ ਉੱਦਾਂ ਦੀ ਉਹਨੂੰ ਦਵਾਈ ਦੇਣੀ ਪਏਗੀ। ਗੁਰੂ ਨਾਨਕ ਦੇ ਘਰ ਸਿੱਖ ਵੀ ਕਈ ਕਿਸਮ ਦੇ ਆਉਂਦੇ ਆ। ਕੋਈ ਆਉਂਦੇ ਆ ਜਿਨ੍ਹਾਂ ਨੂੰ ਭਗਤੀ 'ਚ ਲਾ ਕੇ ਮਹਾਰਾਜ ਭਵ ਸਾਗਰ ਤੋਂ ਪਾਰ ਲੰਘਾ ਸਕਦੇ ਆ। ਕੁਝ ਆਉਂਦੇ ਆ ਜਿਨ੍ਹਾਂ ਨੂੰ ਮਹਾਰਾਜ ਯੋਗ ਦੇ ਦੁਆਰਾ ਪਾਰ ਉਤਾਰ ਲੰਘਾ ਸਕਦੇ ਆ। ਕੋਈ ਸਿੱਖ ਮਹਾਰਾਜ ਕੋਲ ਆਉਂਦੇ ਜਿਹੜੇ ਗਿਆਨ ਦੇ ਅਧਿਕਾਰੀ ਹੁੰਦੇ, ਉਹਨੂੰ ਗਿਆਨ ਦੇ ਦੁਆਰਾ ਮੁਕਤੀ ਮਿਲ ਜਾਂਦੀ ਹੈ। ਤੇ ਸਾਧ ਸੰਗਤ ਜੀ, ਅੱਜ ਕੱਲ੍ਹ ਗੁਰਬਾਣੀ ਦੀ ਪੂਰੀ ਤਰ੍ਹਾਂ ਧਿਆਨ ਨਾਲ, ਭਾਵਨਾ ਨਾਲ ਅਸੀਂ ਪੜ੍ਹਦੇ ਨਹੀਂ। ਤੇ ਇੱਕ ਪੰਕਤੀ ਚੁੱਕ ਲਈ ਆਪਣੇ ਮਤਲਬ ਦੀ, ਉਹਦਾ ਰੌਲਾ ਪਾਏ ਦੂਜਿਆਂ ਨਾਲ ਲੜਨ ਲੱਗ ਜਾਂਦੇ ਆ। ਹੁਣ ਸਾਡੀ ਅਵਸਥਾ ਹੋਰ ਹੈ, ਦੂਜੇ ਦੀ ਹੋਰ ਹੈ, ਤੀਜੇ ਦੀ ਹੋਰ ਹੈ। ਲੜਨ ਦੀ ਕੋਈ ਗੱਲ ਨਹੀਂ। ਜਿਹੜਾ ਜਿਵੇਂ ਜਿਵੇਂ ਤੁਰ ਰਿਹਾ ਉਹਨੂੰ ਤੁਰਨ ਦਿਓ। ਸਾਰਿਆਂ ਨੇ ਪਹੁੰਚਣਾ ਇੱਕੋ ਟਿਕਾਣੇ 'ਤੇ ਹੈ, ਉਹ ਹੈ ਮੁਕਤੀ। ਸੱਚਖੰਡ ਅਕਾਲ ਪੁਰਖ ਵਿੱਚ ਅਭੇਦ ਹੋਣਾ। ਜੇ ਪਰਮੇਸ਼ਰ ਨਾਲ ਅਭੇਦ ਹੋ ਗਏ, ਤੁਹਾਡੀ ਸਾਰੀ ਸਾਧਨਾ ਸਫਲ ਹੋ ਜਾਏਗੀ। ਨਹੀਂ ਤਾਂ ਚੱਕਰ 'ਚ ਪਏ ਰਹੋ ਜਨਮ ਮਰਨ ਦੇ। ਹੁਣ ਰੌਲਾ ਕੌਣ ਪਾਉਂਦੇ ਨੇ? ਜਿਨ੍ਹਾਂ ਨੂੰ ਮੁਕਤੀ ਦੀ ਇੱਛਾ ਹੀ ਕੋਈ ਨਹੀਂ, ਜਿਨ੍ਹਾਂ ਨੂੰ ਪਤਾ ਹੀ ਨਹੀਂ ਗੁਰਮਤਿ ਦਾ ਵੀ ਇਹ ਕਾਹਦੇ ਵਾਸਤੇ ਗੁਰਦੁਆਰੇ ਬਣੇ ਨੇ। ਕਈ ਤਾਂ ਇਸੇ ਵਾਸਤੇ ਸੋਚੀ ਬੈਠੇ ਵੀ ਲੰਗਰ ਪਾਣੀ ਬਣਿਆ ਹੁੰਦਾ, ਛਕ ਛਕਾ ਕੇ ਆ ਜਾਓ। ਇਹ ਗੁਰਦੁਆਰੇ ਇਸ ਕੰਮ ਲਈ ਥੋੜ੍ਹਾ ਬਣੇ। ਲੰਗਰ ਤਾਂ ਸਾਨੂੰ ਪ੍ਰਸ਼ਾਦਾ ਛਕਣਾ ਜ਼ਰੂਰੀ ਹੈ, ਪਰ ਇਹ ਸਾਡਾ ਅੰਤਮ ਨਿਸ਼ਾਨਾ ਨਹੀਂ। ਅੰਤਮ ਨਿਸ਼ਾਨਾ ਪਰਮੇਸ਼ਰ ਦੀ ਪ੍ਰਾਪਤੀ ਹੈ। ਗੁਰਦੁਆਰੇ ਬਣੇ ਨੇ ਕਥਾ ਕੀਰਤਨ ਸੁਣਨ ਵਾਸਤੇ, ਬਹਿ ਕੇ ਪ੍ਰਮਾਤਮਾ ਨੂੰ ਯਾਦ ਕਰੀਏ, ਨਾਮ ਜਪੀਏ, ਵਾਹਿਗੁਰੂ 'ਚ ਲੀਨ ਹੋ ਜਾਈਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਾਰਗ ਦੇ ਵਿੱਚ ਯੋਗ ਵੀ, ਭਗਤੀ ਵੀ, ਗਿਆਨ ਵੀ, ਕਰਮ ਵੀ, ਸਾਰੀਆਂ ਚੀਜ਼ਾਂ। ਜਿਹੜਾ ਕਰਮ ਦਾ ਅਧਿਕਾਰੀ ਹੈ ਨਾ, ਉਹਨੂੰ ਮਹਾਰਾਜ ਕਹਿੰਦੇ ਭਾਂਡੇ ਮਾਂਜ, ਝਾੜੂ ਫੇਰ, ਗੁਰਦੁਆਰੇ ਲੰਗਰ ਸੇਵਾ ਕਰ। ਉਹਨੂੰ ਕਰਮ ਲਾਤਾ। ਅੰਮ੍ਰਿਤ ਵੇਲੇ ਉੱਠ, ਜੋ ਵੀ ਸਾਧਨਾ ਦੱਸੀ ਹੈ, ਰਹਿਤ ਬਹਿਤ ਦੱਸੀ ਹੈ, ਉਹਨੂੰ ਉਹਦੇ ਤਰੀਕੇ ਨਾਲ ਸਮਝਾਇਆ। ਜਿਹੜਾ ਉਸ ਤੋਂ ਥੋੜ੍ਹੇ ਹੋਰ ਉੱਪਰਲੇ ਲੈਵਲ ਦਾ ਹੈ, ਉਹਨੂੰ ਮਹਾਰਾਜ ਨੇ ਭਗਤੀ 'ਚ ਲਾਤਾ। ਜਿਹੜਾ ਭਗਤੀ ਤੋਂ ਵੀ ਗਾਂਹ ਲੰਘ ਗਿਆ, ਉਹਨੂੰ ਯੋਗ ਵਿੱਚ ਲਾਤਾ। ਇਹ ਸਟੈਪ ਬਾਈ ਸਟੈਪ ਉੱਪਰ ਚੜ੍ਹੀ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਮਾਰਗ ਦੱਸੇ ਹਨ। ਗੁਰ ਘਰ ਮੈਂ ਇਹ ਜੋਗ ਸਮਾਦ। ਗੁਰੂ ਘਰ ਦੇ ਵਿੱਚ ਸਹਿਜ ਯੋਗ ਹੈ। ਰਾਜ ਯੋਗ, ਸਹਿਜ ਯੋਗ, ਹਠ ਯੋਗ, ਕਈ ਪ੍ਰਕਾਰ ਦਾ ਯੋਗ ਮੰਨਦੇ ਨੇ। ਗੁਰੂ ਘਰ ਵਿੱਚ ਸਹਿਜ ਸਮਾਧੀ ਹੈ। ਗੁਰਸਿੱਖਾਂ ਦੀ ਹਰ ਵੇਲੇ ਹੀ ਲੱਗੀ ਰਹਿੰਦੀ ਹੈ। ਧੰਨ ਭਾਈ ਮਤੀ ਦਾਸ ਸੱਚੇ ਪਾਤਸ਼ਾਹ ਦੇ ਸਾਹਮਣੇ ਆਰੇ ਨਾਲ ਚੀਰੇ ਗਏ ਸਮਾਧੀ ਨਹੀਂ ਟੁੱਟੀ। ਸਾਨੂੰ ਤਾਂ ਮਾੜਾ ਜਿਹਾ ਖੜਕਾ ਹੋ ਜੇ ਨਾ, ਅਸੀਂ ਨਿਤਨੇਮ ਛੱਡ ਕੇ ਉੱਧਰ ਦੇਖਣ ਲੱਗ ਜਾਣਾ, ਕੌਣ ਆਇਆ, ਕੀ ਹੋ ਗਿਆ। ਜਪਜੀ ਸਾਹਿਬ ਦਾ ਪਾਠ ਕਰੀਦਾ, ਇੱਕ ਪੰਕਤੀ ਤੇ ਮਨ ਨਹੀਂ ਟਿਕਦਾ। ਉਹਨਾਂ ਦੇ ਆਰਾ ਵੀ ਚੱਲਦਾ ਰਿਹਾ, ਜਪਜੀ ਸਾਹਿਬ ਵੀ ਚੱਲਦਾ ਰਿਹਾ। ਉਹ ਹੈ ਯੋਗ ਜਿਹੜਾ ਖਾਲਸੇ ਨੂੰ ਪ੍ਰਾਪਤ ਹੋਇਆ। ਭਾਈ ਮਨੀ ਸਿੰਘ ਸਾਹਿਬ ਦੇ ਬੰਦ ਕੱਟੇ ਗਏ, ਸਮਾਧੀ ਨਹੀਂ ਹਿੱਲੀ। ਭਾਈ ਤਾਰੂ ਸਿੰਘ ਸਾਹਿਬ ਜੀ ਦੀ ਖੋਪਰੀ ਲਈ, ਸਮਾਧੀ ਨਹੀਂ ਟੁੱਟੀ। ਇਹ ਸਹਿ ਸਮਾਧ ਹੈ। ਹਰ ਵੇਲੇ ਹੀ ਅਕਾਲ ਪੁਰਖ ਨਾਲ ਇੱਕਮਿਕ। ਸਮਾਧੀ ਦਾ ਮਤਲਬ ਜਿੱਥੇ ਬਿਰਤੀਆਂ ਸਤੀ ਨਾਮ ਬੁੱਧੀ ਦਾ ਹੈ। ਸਮਾਧੀ ਜਿੱਥੇ ਬਿਰਤੀ ਸਮਾਨ ਹੋ ਜਾਂਦੀ, ਬੁੱਧੀ ਜਾ ਕੇ ਲੀਨ ਹੋ ਜਾਂਦੀ ਹੈ, ਬਿਰਤੀਆਂ ਇੱਕਮਿਕ ਹੋ ਜਾਂਦੀਆਂ ਨੇ, ਉਹ ਸਮਾਧ ਸਹਿਜ ਸਮਾਧ ਮਹਾਰਾਜ ਸਾਹਿਬ ਜੀ ਨੇ ਦਿੱਤੀ। ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਓ। ਹਾਂਜੀ, ਚਾਹੈ ਸੋ ਕਰੈ ਵਿਸਾਲ ਜੋ ਸਾਧ। ਹਾਂ, ਜਿਹੜੇ ਗੁਰੂ ਘਰ ਦੇ ਸਾਧੂ ਹਨ, ਸਾਧਕ ਹਨ, ਜੋ ਚਾਹਣ ਕਰ ਸਕਦੇ ਹਨ। ਤਉ ਮੁਖਿਆਤਾ ਨਹਿ ਇਸ ਕੇਰੀ। ਪਰ ਬਾਦਸ਼ਾਹ, ਇਹ ਸਮਾਧੀਆਂ ਲਾਣਾ ਗੁਰੂ ਘਰ ਦਾ ਮੁੱਖ ਕਰਮ ਨਹੀਂ ਹੈ। ਕਰ ਸਕਦੇ ਹਾਂ ਅਸੀਂ, ਸਮਾਧੀ ਲਾ ਸਕਦੇ ਹਾਂ। ਸਾਡੇ ਗੁਰੂ ਨੇ ਸਾਨੂੰ ਸਾਰਾ ਕੁਝ ਸਿਖਾਇਆ। ਗੁਰਬਾਣੀ ਦੇ ਵਿੱਚ ਸਾਰਾ ਕੁਝ ਹੀ ਹੈ। ਇਹ ਸਮੁੰਦਰ ਹੈ, ਸਮੁੰਦਰ 'ਚ ਸਾਰਾ ਕੁਝ ਹੈ। ਕੋਈ ਚੀਜ਼ ਐਸੀ ਨਹੀਂ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਨਾ ਹੋਵੇ। ਆਖੋ ਸ੍ਰੀ ਵਾਹਿਗੁਰੂ। ਯੋਗ ਵੀ ਹੈ, ਭਗਤੀ ਵੀ ਹੈ, ਗਿਆਨ ਵੀ ਹੈ। ਇਹ ਯੋਗ ਦੇ ਹੀ ਸ਼ਬਦ ਆਉਂਦੇ ਨੇ। ਉੱਤਰ ਅਵ ਘਟ ਸਰਵਰ ਨਹਾਵੈ, ਬਕੈ ਨ ਬੋਲੇ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਸਤ ਰਸ ਝੋਲ ਮਹਾਰਸ ਪਾਵੈ।
ਕਿੰਨੇ ਸ਼ਬਦ ਨੇ ਭਗਤ ਕਬੀਰ ਸਾਹਿਬ ਜੀ ਦੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ, ਭਗਤ ਬੇਣੀ ਜੀ ਦੇ। ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜ ਸਾਦਤ ਕੀਆ, ਬਲ ਬਲ ਚੱਲਿਆ, ਚੱਲ ਚੱਲ ਥੱਪਿਆ, ਘੜ ਘੜਿਆ ਤਾਂ ਆਪਿਓ ਪੀਆ। ਇਹ ਸਾਰੇ ਸ਼ਬਦ ਜੋਗ ਦੇ ਹੀ ਨੇ, ਅੰਦਰਲਾ ਜੋਗ ਹੈ। ਪਰ ਇਹ ਦੱਸਿਆ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਦੀ ਅਵਸਥਾ ਉੱਥੇ ਪਹੁੰਚ ਗਈ, ਉਸ ਲੈਵਲ 'ਤੇ ਪਹੁੰਚਣਗੇ ਤਾਂ ਹੀ ਅੱਗੇ ਤੁਰਨਗੇ। ਜਿਹੜੇ ਬੰਦੇ ਨੇ BA ਕੀਤੀ ਉਹੀ MA ਕਰੇਗਾ, ਜਿਹੜਾ ਵਿਚਾਰਾ ਊੜਾ ਐੜਾ ਨਹੀਂ ਸਿੱਖਿਆ ਉਹ MA ਕਿੱਥੇ ਕਰੇਗਾ। ਇਸ ਤਰ੍ਹਾਂ ਇਹ ਗੁਰਮਤਿ ਦੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬੜੀਆਂ ਹੀ ਗੁੱਝੀਆਂ ਰਮਜਾਂ ਹਨ, ਸਮੇਂ ਨਾਲ ਪ੍ਰਗਟ ਹੁੰਦੀਆਂ। ਮਹਾਰਾਜ ਸਾਹਿਬ ਜੀ ਕਹਿੰਦੇ, ਬਾਬਾ ਰਾਮ ਰਾਏ ਜੀ ਕਹਿੰਦੇ, ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸਾਰਾ ਕੁਝ ਹੀ ਹੈ, ਪਰ ਮੁੱਖਤਾ ਭਗਤੀ ਦੀ ਹੈ। ਮਨ ਨੀਵਾਂ ਤੇ ਮੱਤ ਉੱਚੀ ਕਰਕੇ ਪਰਮੇਸ਼ਰ ਨੂੰ ਯਾਦ ਕਰਨਾ, ਵਾਹਿਗੁਰੂ 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 ਤੂੰ ਹੀ ਹੈ। ਇਹ ਸਾਰੇ ਕਰ ਸਕਦੇ ਨਾ। ਸੌਖਾ ਮਾਰਗ ਹੈ, ਸੱਚੇ ਪਾਤਸ਼ਾਹ ਨੇ ਸਾਰਿਆਂ ਵਾਸਤੇ ਜਿਹੜਾ ਮਾਰਗ ਸੀ ਉਹ ਮੁੱਖ ਰੱਖਿਆ ਹੈ। ਬ੍ਰਹਮ ਗਿਆਨ ਲਗ ਬ੍ਰਿਤੀ ਵਡੇਰੀ, ਤੇ ਫਿਰ ਅੱਗੇ ਦੇ ਬ੍ਰਹਮ ਗਿਆਨ ਤੱਕ, ਜਿੱਥੇ ਆਤਮਾ ਪ੍ਰਾਤਮਾ ਇੱਕ ਹੋ ਜਾਂਦੇ ਆ। ਉੱਚੀਆਂ ਬਿਰਤੀਆਂ ਦੀਆਂ ਗੱਲਾਂ ਨੇ, ਉੱਚੀਆਂ ਉਡਾਰੀਆਂ ਨੇ। ਸੁਨ ਉਲ ਮਾਇਨ ਪੁਨਹ ਬਖਾਨੇ। ਬਾਬਾ ਰਾਮ ਰਾਏ ਜੀ ਨੇ ਜਦੋਂ ਇਹ ਬਚਨ ਕਹੇ ਨਾ, ਉਹ ਜਿਹੜੇ ਕਾਜੀ ਮੁਲਾਣੇ ਸੀ ਨਾ, ਉਲਮਾ, ਉਹ ਸ਼ਰਾਰਤੀ ਟਲੇ ਨਾ। ਫਿਰ ਕਹਿਣ ਲੱਗੇ, ਇਹ ਤੋਂ ਬਾਤ ਨਹੀਂ ਹਮ ਮਾਨੇ। ਬਾਬਾ ਜੀ ਇਹ ਗੱਲ ਨਹੀਂ ਅਸੀਂ ਮੰਨਦੇ, ਇਹ ਗੱਲ ਸਾਡੇ ਮੰਨਣ 'ਚ ਨਹੀਂ ਆਉਂਦੀ। ਪ੍ਰਥਮ ਕੌਣ ਸਾਧੇ ਤੇ ਬਿਨਾ। ਪਹਿਲਾਂ ਜਿਹੜਾ ਯੋਗ ਮਤ ਦੇ ਵਿੱਚ ਸਮਾਧੀ ਲਾਣੀ ਹੈ, ਉਹਦੇ ਲਈ ਯਮ ਨਿਯਮ ਪ੍ਰਾਣਾਯਾਮ, ਧਿਆਨ ਧਾਰਨਾ, ਸਮਾਧੀ ਪ੍ਰਤਿਹਾਰ, ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਪ੍ਰਾਣਾਯਾਮ ਤੋਂ ਬਿਨਾਂ ਪਹਿਲਾਂ ਅਲੋਮ ਵਿਲੋਮ, ਇਹ ਜਿੰਨੀਆਂ ਵੀ, ਇੱਕ ਪਾਸਿਓਂ ਸਵਾਸ ਚੜ੍ਹਾਉਣੇ, ਦੂਜੇ ਪਾਸੇ ਉਤਾਰਨੇ, ਫਿਰ ਦੂਜੇ ਪਾਸਿਓਂ ਚੜ੍ਹਾਉਣੇ, ਫਿਰ ਦੂਜੇ ਪਾਸਿਓਂ ਉਤਾਰਨੇ। ਖੱਬੀ ਨਾਲ ਨਸ ਤੋਂ ਚੜ੍ਹਾਉਣਾ ਸਵਾਸ, ਸੱਜੀ ਬੰਦ ਕਰ ਲੈਣੀ, ਉੱਤੇ ਫਿਰ ਰੋਕਣਾ, ਫਿਰ ਉਤਾਰਨਾ, ਫਿਰ ਇੱਧਰੋਂ ਚੜ੍ਹਾਉਣਾ, ਇੱਥੇ ਰੋਕਣਾ, ਫਿਰ ਉਤਾਰਨਾ। ਕਈ ਸਾਲ ਇਸੇ ਕੰਮ ਵਿੱਚ ਲੱਗ ਜਾਂਦੇ ਆ। ਫਿਰ ਉਹਦਾ ਸਾਰੇ ਸਰੀਰ, ਪੈਰ ਦੇ ਨਹੁੰ ਤੱਕ, ਚੋਟੀ ਤੱਕ, ਜਿੰਨੇ ਵੀ 5 ਪ੍ਰਾਣ ਨੇ, ਪ੍ਰਾਣ, ਅਪਾਨ, ਵਿਆਨ, ਸਮਾਨ, ਉਦਾਨ, 5 ਪ੍ਰਾਣਾਂ ਦੇ ਉੱਤੇ ਕੰਟਰੋਲ ਕਰ ਲੈਣਾ ਆਪਣੀ ਮਰਜ਼ੀ ਦੇ ਨਾਲ। ਜਦੋਂ ਪ੍ਰਾਣਾਂ ਨੂੰ ਕੰਟਰੋਲ 'ਚ ਕਰ ਲਿਆ, ਫਿਰ ਉੱਪਰ ਚੜ੍ਹਦੇ ਆ 10ਵੇਂ ਦੁਆਰ। ਐਵੇਂ ਥੋੜ੍ਹਾ ਵੀ ਕੋਈ ਬੰਦਾ ਕਹੇ ਵੀ ਬਹਿੰਦਿਆਂ ਸਾਰ ਇੱਕਦਮ ਮੇਰੇ 10ਵੇਂ ਦੁਆਰ ਚੜ੍ਹ। ਅੱਜ ਕੱਲ੍ਹ ਸਾਡੇ 'ਚ ਇੱਕ ਦੋ ਮਹਿਕਮੇ ਇਹੋ ਜਿਹੇ ਚੱਲੇ, ਕਹਿੰਦੇ ਸੀ 6 ਮਹੀਨੇ 'ਚ ਬ੍ਰਹਮ ਗਿਆਨ ਕਰਾ ਦਿੰਦੇ, 6 ਮਹੀਨੇ 'ਚ ਬ੍ਰਹਮ ਗਿਆਨ ਦਾ ਸਰਟੀਫਿਕੇਟ ਵੀ ਦੇ ਦਿੰਦੇ ਆ। ਪਰ ਸਾਧ ਸੰਗਤ ਜੀ, ਇਹ ਤਾਂ ਬ੍ਰਹਮ ਗਿਆਨ ਮੇਰੇ ਸਤਿਗੁਰਾਂ ਦੇ ਹੱਥ ਹੈ। ਭਾਵੇਂ ਉਹ ਕਿਸੇ ਨੂੰ 1 ਮਿੰਟ 'ਚ ਦੇ ਦੇਣ, ਤੇ ਆਪਣੇ ਜ਼ੋਰ ਨਾਲ, ਭਾਵੇਂ ਕਿ ਮਹਾਰਾਜ ਕਹਿੰਦੇ ਜ਼ੋਰ ਨਾ ਸੁਰਤੀ, ਗਿਆਨ ਵਿਚਾਰ ਜ਼ੋਰ ਨਾ ਜੁਗਤੀ, ਛੁੱਟਾ ਸੰਸਾਰ। ਇਹ ਇੱਦਾਂ ਦਾ ਸੌਖਾ ਕੰਮ ਨਹੀਂ ਵੀ ਸਰਟੀਫਿਕੇਟਾਂ ਦਾ ਕੀ ਕੰਮ ਹੋਇਆ। ਸਰਟੀਫਿਕੇਟ ਤਾਂ ਇਹ ਦੁਨਿਆਵੀ ਤੌਰ 'ਤੇ ਅਸੀਂ ਬਣਾਈ ਬੈਠੇ ਹਾਂ ਗੱਲਾਂ। ਸਾਧ ਸੰਗਤ ਜੀ, ਇਹ ਮਾਰਗ ਹੋਰ ਹੈ। ਜੋਗਾ ਕਾ ਮਾਰਗ ਬਿਖਮ ਹੈ ਜੋਗੀ, ਗੁਰੂ ਰਾਣੀ ਦਾ ਮਾਰਗ ਬਿਖਮ ਮਾਰਗ ਹੈ, ਸੌਖਾ ਮਾਰਗ ਥੋੜ੍ਹਾ। ਫਿਰ ਤਾਂ ਸਾਰੇ ਹੀ ਜੋਗੀ ਬਣ ਜਾਣਗੇ, ਸਾਰੇ ਹੀ ਭਰਤਰੀ ਬਣ ਜਾਣਗੇ, ਸਾਰੇ ਹੀ ਗੋਪੀ ਚੰਦ ਬਣ ਜਾਣਗੇ, ਸਾਰੇ ਹੀ ਗੋਰਖਨਾਥ ਬਣ ਜਾਣਗੇ। ਉਹ ਔਖਾ ਮਾਰਗ। ਤੋ ਕਹਿਣ ਲੱਗੇ ਬਾਬਾ ਜੀ, ਬਈ ਜਿੰਨਾ ਚਿਰ ਕੋਈ ਪ੍ਰਾਣਾ ਨੂੰ ਸਾਧਦਾ ਨਹੀਂ, ਉਹਨਾਂ ਚਿਰ ਉਹਨੂੰ 10ਵੇਂ ਦੁਆਰ ਵਿੱਚ ਸਵਾਸ ਚੜ੍ਹਾ ਕੇ ਸਮਾਧੀ ਲਾਣੀ ਸਾਡੀ ਸਮਝ ਵਿੱਚ ਨਹੀਂ ਆਉਂਦੀ। ਕਰੈ ਸਮਾਧ ਲਹੇ ਰਸ ਘਨਾ। ਜਦੋਂ ਆਪਣੇ ਪ੍ਰਾਣਾ ਉੱਤੇ ਕੰਟਰੋਲ ਕਰ ਲੈਂਦੇ ਐ, ਪ੍ਰਾਣਾਯਾਮ ਦੁਆਰਾ, ਧਿਆਨ ਧਾਰਨਾ ਦੁਆਰਾ, ਫਿਰ ਜੋਗ ਰਸ ਮਾਣਦੇ ਹਨ ਜੋਗੀ ਲੋਕ। ਮਹਾ ਕਠਨ ਇਹ ਨਹੀਂ ਸੁਖਾਲੇ। ਬਾਬਾ ਜੀ, ਇਹ ਕੋਈ ਸੌਖਾ ਕੰਮ ਨਹੀਂ, ਬੜਾ ਕਠਨ ਹੈ। ਜੋ ਅਸੀਂ ਪੜ੍ਹਿਆ ਹੈ ਜੋਗ ਬਾਰੇ, ਜੋਗ ਮਤ ਦਾ ਇਹ ਸਿਧਾਂਤ ਬਹੁਤ ਔਖਾ ਹੈ। ਜਿਮ ਬਿਨ ਸਾਧਨ ਸਿੱਧ ਮਹਾਲੇ। ਕਹਿੰਦੇ ਬਿਨਾਂ ਸਾਧਨਾ ਦੇ, ਭਾਵ ਸਾਧਨਾ ਕਰਨ ਤੋਂ ਬਿਨਾਂ, ਤਪੱਸਿਆ ਕਰਨ ਤੋਂ ਬਿਨਾਂ, ਸਰੀਰ ਨੂੰ ਸਾਧਨ ਤੋਂ ਬਿਨਾਂ ਇੱਥੇ ਪਹੁੰਚਣਾ ਬੜਾ ਮੁਸ਼ਕਲ ਹੈ, ਬੜੀ ਦੂਰ ਮੰਜ਼ਿਲ ਹੈ। ਨੋ ਰੰਗ ਕਹਿਓ ਸੁਨੋ ਗੁਰ ਆਨੰਦ। ਕਾਜ਼ੀਆਂ ਦੀ ਗੱਲ ਸੁਣ ਕੇ ਔਰੰਗਜ਼ੇਬ ਕੋਲ ਬੈਠਾ ਬੋਲਿਆ, ਕਹਿਣ ਲੱਗਾ ਬਾਬਾ ਜੀ, ਕਹਿ ਇਹ ਸੱਚ ਹੈ ਕਠਨ ਬਿਲੰਦ। ਇਹ ਸਾਡੇ ਕਾਜ਼ੀ ਮੁੱਲਾ ਜੋ ਕਹਿ ਰਹੇ ਨੇ ਕਿ ਇਹ ਸੱਚ ਹੈ, ਸੱਚੀ ਇੰਨਾ ਔਖਾ ਹੁੰਦਾ ਯੋਗ, ਇੰਨੀ ਔਖੀ ਹੁੰਦੀ ਹੈ ਸਮਾਧੀ ਲਾਣੀ।
ਜੇ ਤੁਮ ਪਉਨ ਲੇਤ ਹੋ ਸਾਧ ਇਹ ਬਾਬਾ ਜੀ ਜੇ ਤੁਸੀਂ ਪੌਣ ਸਾਧ ਲੈਂਦੇ ਹੋ ਆਪਣੇ ਪ੍ਰਾਣਾਂ ਨੂੰ 10ਵੇਂ ਦੁਆਰ ਚੜਾ ਸਕਦੇ ਹੋ। ਲਾਏ ਦਿਖਾਵੋ ਮੋਹਿ ਸਮਾਦ ਤੇ ਮੈਨੂੰ ਸਮਾਧੀ ਲਾ ਕੇ ਦਿਖਾਓ। ਪੁਨ ਸਭ ਮਨ ਸਾਜਿ ਬਾਚੀ ਫਿਰ ਅਸੀਂ ਮੰਨ ਲਵਾਂਗੇ ਵੀ ਤੁਸੀਂ ਸੱਚ ਕਹਿੰਦੇ ਹੋ। ਗੁਰੂ ਨਾਨਕ ਦੇ ਘਰ ਵਿੱਚ ਸ਼ਕਤੀ ਹੈ। ਬਿਨ ਦੇਖੇ ਜਾਣੈ ਕਹਿ ਕਾਚੀ ਜਿੰਨਾ ਚਿਰ ਦੇਖਦੇ ਨਹੀਂ ਨਾ ਉਹਨਾਂ ਚਿਰ ਤੁਹਾਡੀ ਗੱਲ ਤੇ ਭਰੋਸਾ ਨਹੀਂ ਆਵੇਗਾ। ਸੁਨ ਸ੍ਰੀ ਰਾਮ ਰਾਏ ਬਜ ਭਾਖਾ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਜੇ ਕਰ ਤੁਮਰੇ ਇਹ ਅਬਿਲਾਖਾ ਇਹ ਬਾਦਸ਼ਾਹ ਜੇ ਤੁਸੀਂ ਸਮਾਧੀ ਦਾ ਆਨੰਦ ਵੇਖਣਾ ਹੈ, ਭਾਵ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਸਮਾਧੀ ਕਿਵੇਂ ਲਾਈ ਦੀ ਹੈ, ਏਕ ਸਥਾਨ ਦੇਹੋ ਜਹ ਬੈਸੇ ਸਾਨੂੰ ਬਹਿਣ ਵਾਸਤੇ ਆਪਣੀ ਮਰਜ਼ੀ ਦਾ ਸਾਫ਼ ਸੁਥਰਾ ਇੱਕ ਥਾਂ ਦੇ ਦਿਓ। ਬਰਜ ਹੋਤ ਹੈ ਨਾ ਜਾਏ ਕੋ ਕੈਸੇ ਉੱਥੇ ਕੋਈ ਬੰਦਾ ਦੂਜਾ ਜਾਵੇ ਨਾ, ਸਾਰਿਆਂ ਨੂੰ ਰੋਕ ਦਿਓ, ਵਰਜ ਦਿਓ। ਜਾਵਦ ਰਹਿ ਸਮਾਦ ਲਗਾਈ ਜਿੰਨਾ ਚਿਰ ਸਾਡੀ ਸਮਾਧੀ ਲੱਗੀ ਰਵੇ। ਨਰ ਬੈਠੈ ਦਰ ਪਰ ਚੁਕਸਾਈ ਪਹਿਰੇਦਾਰ ਦਰਵਾਜ਼ੇ ਤੇ ਚੌਕਸਾਈ ਨਾਲ ਬੈਠੇ ਰਹਿਣ, ਅੰਦਰ ਕੋਈ ਬੰਦਾ ਵੜਨਾ ਨਹੀਂ ਚਾਹੀਦਾ। ਕਿਉ ਹੂੰ ਸ਼ਬਦ ਨਾ ਤਿਸ ਥਰ ਜਾਏ ਕੋਈ ਆਵਾਜ਼ ਕੋਈ ਸਾਊਂਡ ਉੱਥੇ ਹੋਣਾ ਨਹੀਂ ਚਾਹੀਦਾ। ਕਿਸੇ ਪਸ਼ੂ ਦਾ, ਕਿਸੇ ਪੰਛੀ ਦਾ, ਕਿਸੇ ਬੰਦੇ ਦਾ ਰੌਲਾ, ਬੱਚਿਆਂ ਦਾ ਰੌਲਾ ਬਿਲਕੁਲ ਨਹੀਂ ਹੋਣਾ ਚਾਹੀਦਾ। ਰਹਿ ਇਕੰਤ ਪਉਨ ਠਹਿਰਾਏ ਕਿਉਂਕਿ ਜਦੋਂ ਪ੍ਰਾਣ ਅਸੀਂ 10ਵੇਂ ਦੁਆਰ ਚੜਾ ਕੇ ਬੈਠਾਂਗੇ ਉੱਥੇ ਪੂਰੀ ਇਕਾਂਤ ਚਾਹੀਦੀ ਹੈ, ਇਕਾਗਰਤਾ ਚਾਹੀਦੀ ਹੈ। ਸੁਨਤ ਸਾਹਿਬ ਨੇ ਸੁੰਦਰ ਭਾਉਨ ਬਾਦਸ਼ਾਹ ਨੇ ਬਾਬਾ ਰਾਮ ਰਾਜ ਜੀ ਦਾ ਬਚਨ ਸੁਣ ਕੇ ਲਾਲ ਕਿਲੇ ਦੇ ਅੰਦਰ ਹੀ ਇੱਕ ਬਹੁਤ ਸੋਹਣਾ ਮਹਿਲ ਤਿਆਰ ਕਰਕੇ ਕਿਉ ਨਾ ਇਸ ਥਲ ਗਮ ਨਹਿ ਕੌਣ ਪਹਿਰੇਦਾਰਾਂ ਨੂੰ ਕਿਹਾ ਵੀ ਮਹਿਲ ਖਾਲੀ ਕਰ ਦਿਓ, ਕਮਰਾ ਖਾਲੀ ਕਰ ਦਿਓ, ਸਫਾਈ ਕਰ ਦਿਓ, ਇਹਦੇ ਉੱਤੇ ਪਹਿਰੇਦਾਰ ਲਾ ਦਿਓ। ਕੋਈ ਬੰਦਾ ਇਸ ਕਮਰੇ 'ਚ ਜਾਏਗਾ ਨਹੀਂ, ਆਏਗਾ ਨਹੀਂ, ਕੋਈ ਨੇੜੇ ਬੋਲੇਗਾ ਨਹੀਂ। ਤਹਾਂ ਜਾਏ ਕਰ ਕੀਨ ਸਿਆਸਨ ਤੇ ਬਾਬਾ ਰਾਮ ਰਾਏ ਜੀ ਉਸ ਕਮਰੇ ਵਿੱਚ ਜਾ ਕੇ ਆਸਣ ਲਾ ਲਿਆ। ਨੇਤਰ ਮੂੰਦ ਕਹਿ ਪਿਖ ਪਾਉ ਨਾਸਨ ਬਾਬਾ ਰਾਮ ਰਾਏ ਜੀ ਨੇਤਰ ਬੰਦ ਕਰਕੇ ਪੌਣ ਸਵਾਸ ਜਿਹੜੇ ਉਹ 10ਵੇਂ ਦੁਆਰ ਵਿੱਚ ਚੜਾ ਲਏ। 10ਵੇਂ ਦੁਆਰ ਪਉਨ ਠਹਿਰਾਈ ਆਪਣੇ ਸਵਾਸ 10ਵੇਂ ਦੁਆਰ ਵਿੱਚ ਜਾ ਕੇ ਟਿਕਾ ਲਏ ਨੇ। ਲਗੀ ਸਮਾਦ ਅੰਗ ਨਾ ਉਕਸਾਈ ਐਸੀ ਸਮਾਧੀ ਲੱਗ ਗਈ ਵੀ ਸਰੀਰ ਹਿਲਣਾ ਜੁਲਣਾ ਬੰਦ ਹੋ ਗਿਆ। ਸਭ ਉਲਮਾਉਨ ਜਾਏ ਸੋ ਪਰਖਿਓ ਜਿਹੜੇ ਉਲਮਾ ਕਾਜੀ ਮੁਲਾਣੇ ਸੀ ਉਹ ਬਾਹਰੋਂ ਦੀ ਆਲਿਆਂ ਵਿੱਚੋਂ ਝਰੋਖਿਆਂ ਵਿੱਚੋਂ ਦੇਖਦੇ ਹਨ, ਪਰਖਦੇ ਹਨ, ਪਰ ਚੁੱਪ ਚਪੀਤੇ ਵੇਖਦੇ ਹਨ। ਨੌ ਰੰਗ ਹੇਰ ਅਚਲ ਕੋ ਹਰਖਿਓ ਬਾਬਾ ਰਾਮ ਰਾਏ ਜੀ ਸਮਾਧੀ ਲਾ ਕੇ ਬੈਠੇ ਔਰ ਔਰੰਗਜ਼ੇਬ ਦੇਖਦਾ ਹੈ। 5 ਦਿਵਸ ਇੱਕ ਆਸਨ ਰਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ। 5 ਦਿਨ ਤੇ 5 ਰਾਤਾਂ ਬਾਬਾ ਜੀ ਸਮਾਧੀ ਵਿੱਚ ਇੱਕੋ ਚੌਂਕੜੇ ਤੇ ਬੈਠੇ ਰਹੇ। ਲਗੀ ਸਮਾਦ ਜੋਗ ਰਸ ਲਹੇ ਜੋਗ ਰਸ ਦਾ ਆਨੰਦ ਮਾਣਦੇ ਰਹੇ, ਸਮਾਧੀ ਲੱਗੀ ਰਹੀ। ਦਵੈਸ਼ੀ ਦੇਖ ਦੇਖ ਦੁਖਦਾ ਹੈ ਜਿਹੜੇ ਈਰਖਾਲੂ ਸਨ, ਦਵੈਸ਼ ਕਰਨ ਵਾਲੇ, ਉਹ ਤਾਂ ਅੰਦਰੋਂ ਵੇਖ ਵੇਖ ਕੇ ਸੜਦੇ ਹਨ। ਭਾ ਮਿੱਤਰਨ ਕੇ ਅਨੰਦ ਉਛਾ ਹੈ ਪਰ ਜਿਹੜੇ ਸੱਜਣ ਮਿੱਤਰ ਸ਼ਰਧਾਵਾਨ ਪਿਆਰੇ ਹਨ ਉਹ ਖੁਸ਼ ਹੁੰਦੇ ਹਨ। ਕਸ਼ਟਮ ਬਾਸੁਰ ਬਿਕਸੇ ਨੈਣ 6ਵੇਂ ਦਿਨ ਬਾਬਾ ਰਾਮ ਰਾਏ ਜੀ ਨੇਤਰ ਖੋਲੇ ਹਨ ਨਿਕਸੇ ਤਿਆਗਿਓ ਸ਼ਾਹੋ ਜੋ ਐਨ ਔਰ ਬਾਦਸ਼ਾਹ ਦੀ ਉਸ ਕੋਠੜੀ ਵਿੱਚੋਂ ਜਿੱਥੇ ਆਸਣ ਲਾਇਆ ਸੀ ਬਾਬਾ ਜੀ ਬਾਹਰ ਨਿਕਲੇ ਹਨ। ਨਿਜ ਡੇਰੇ ਮਹਿ ਆਨ ਬਿਰਾਜੇ ਵਾਪਸ ਮਜਨੂ ਦੇ ਟਿੱਲੇ ਆਪਣੇ ਸਥਾਨ ਤੇ ਆ ਬਿਰਾਜੇ ਹਨ। ਮੰਦਮਤੀ ਦਵੈਸ਼ੀ ਗਨ ਲਾਜੇ ਜਿਹੜੇ ਈਰਖਾਲੂ ਸ਼ੰਕਾ ਕਰਦੇ ਸੀ ਉਹ ਹੁਣ ਸ਼ਰਮਿੰਦੇ ਹੋ ਗਏ ਹਨ। ਕੋਨ ਇੱਕ ਦਿਨ ਚੜ ਨੌ ਰੰਗ ਚਲਿਓ ਸੋ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਬੜੀਆਂ ਹੀ ਕਰਾਮਾਤਾਂ ਸਾਧ ਸੰਗਤ ਜੀ ਦਿੱਲੀ 'ਚ ਦਿਖਾਈਆਂ ਹਨ। ਉਹਨਾਂ ਵਿੱਚੋਂ ਇਹ ਸਾਰੀਆਂ 94ਵੀਆਂ ਕਰਾਮਾਤਾਂ ਕਵੀ ਜੀ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤੀਆਂ ਹਨ। ਆਪ ਜੀ ਸਰਵਣ ਕਰ ਰਹੇ ਹੋ, ਪਿਆਰ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ, ਵੱਡੇ ਭਾਗਾਂ ਵਾਲੇ ਹੋ। ਸੋ ਇੱਥੇ ਹੀ ਇਸ ਪ੍ਰਸੰਗ ਦੀ ਸਮਾਪਤੀ ਹੈ। ਅੱਗੇ ਆਨੰਦ ਮਾਣਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।